प्रभ दाता दान मत पूरा। हम थारे पेखारी जियो। मैं क्या मांगो किश सिर ना रहाई। हर दीजै नाम प्यारी जियो। घट घट रव रहया बनवारी। जल थल महियल गुप्तो वरतै। गुर सबदी देख निहारी जियो। बहु शास्त्र बहु सिमरती भिखै सर्ब ढंढोल। पूजस नाही हर हरे नानक नाम अमोल। सतपुरख जिन जानिया सतगुर तिसका नाओ। तिसकै संग सिख उतरै नानक हर गुण गाओ। पूरा प्रभ आराध्या पूरा जाका नाओ। नानक पूरा पाया पूरे के गुण गाओ। सुखाओ होटल गुर सेविय अहनस सहज सुभाय। दर्शन परसिय गुरु कै जन्म मरण दुख जाय। हुवै सिफत खसम नूर अरसों कुरसों छटिय। तुद डिठे सच्चे पातशाह मल जन्म जन्म दी घटिय। तुद डिठे सच्चे पातशाह मल जन्म जन्म दी घटिय। सतनाम श्री वाहिगुरु साहिब जीओ। मारू महला पहला। बिमल मजार बसस निर्मल जल। पद्मन जावल रे। पद्मन जावल जल रस संगत। संग दोख नहीं रे। दादर तू कवे ना जानस रे। पकस सिंभाल बसस निर्मल जल। अमृत ना लक्स रे। बिमल मजार बसस निर्मल जल। पद्मल जावल रे। वाहिगुरु जी का खालसा वाहिगुरु जी की फतेह। किरपा निधान सतगुरु गरीब नवाज। गुरु ग्रंथ साहिब पातशाह जी की पवित्र चरण सरने अंदर सुभायमान हो रही गुरु की संगत। सतगुरु अमृत वेले दियां दातां दे नाल निवाजदियां होयां सतसंगत बख्शिश कीती है। वड्डे भाग बने ने जो अमृत वेला गुरु दरबार विच गुरु हजूरी विच असीं अपना सफला बना रहे हाँ। महाराज की गोद विच बैठ के
ਸੰਸਾਰੀ ਵਿਕਾਰੀ ਲੋਕ ਇਸ ਵੇਲੇ ਸੌਂ ਕੇ ਅੰਮ੍ਰਿਤ ਵੇਲੇ ਦਾ ਸਮਾਂ ਗਵਾ ਦਿੰਦੇ। ਗੁਰਮੁਖ ਗੁਰੂ ਕੇ ਸਿੱਖ ਜਿਹੜੇ ਨੇ ਉਹ ਸਮੇਂ ਨੂੰ ਗੁਰੂ ਦੇ ਬਚਨਾਂ ਦੇ ਨਾਲ ਸਫਲਾ ਕਰ ਲੈਂਦੇ। ਅੱਜ ਦਾ ਇਹ ਸ਼ਬਦ ਜੋ ਸਾਨੂੰ ਪ੍ਰਾਪਤ ਹੋ ਰਿਹਾ ਹੈ, ਇਹ ਵੀ ਇਸੇ ਤਰ੍ਹਾਂ ਮਨਮੁਖ ਤੇ ਗੁਰਮੁਖ ਦੇ ਲੱਛਣ ਮਹਾਰਾਜ ਨੇ ਦੱਸੇ ਨੇ। ਜੋ ਆਪਾਂ ਸਰਵਨ ਕਰਨ ਜਾ ਰਹੇ ਹਾਂ, ਮਨ ਨੂੰ ਟਿਕਾਈਏ, ਭਾਵਨਾ ਨਾਲ ਅੰਮ੍ਰਿਤ ਬਚਨ ਸਰਵਨ ਕਰੀਏ। ਮਿਲ ਕੇ ਆਖੀਏ ਸਤਿਨਾਮ ਜੀ। ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਾਰੂ ਮਹਲਾ ਪਹਿਲਾ। ਮਾਰੂ ਰਾਗ ਦੇ ਵਿੱਚ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਇਹ ਸ਼ਬਦ ਹੈ। ਜਦੋਂ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਕੌਡੇ ਰਾਖਸ਼ ਦਾ ਉਧਾਰ ਕੀਤਾ ਜੰਗਲ ਦੇ ਵਿੱਚ ਜਾਂਦਿਆਂ ਹੋਇਆਂ, ਥੋੜ੍ਹਾ ਹੀ ਸਫ਼ਰ ਅਜੇ ਮਹਾਰਾਜ ਨੇ ਅੱਗੇ ਤੈਅ ਕੀਤਾ ਤੇ ਉਸ ਵੇਲੇ ਭਾਈ ਮਰਦਾਨਾ ਜੀ ਮਹਾਰਾਜ ਦੇ ਨਾਲ ਤੁਰੇ ਜਾ ਰਹੇ। ਕਹਿਣ ਲੱਗੇ, ਪਾਤਸ਼ਾਹ ਬੜੀ ਭੁੱਖ ਲੱਗੀ ਹੋਈ ਹੈ, ਹੁਣ ਤੇ ਤੁਰਨ ਤੋਂ ਵੀ ਅਸਮਰੱਥ ਹਾਂ। ਜਦੋਂ ਇਹ ਬਚਨ ਭਾਈ ਮਰਦਾਨਾ ਜੀ ਨੇ ਆਖੇ, ਮਹਾਰਾਜ ਕਹਿਣ ਲੱਗੇ, ਕੋਈ ਗੱਲ ਨਹੀਂ ਭਾਈ ਮਰਦਾਨਾ ਜੀ, ਥੋੜ੍ਹਾ ਜਿਹਾ ਸਫ਼ਰ ਹੋਰ ਤੈਅ ਕਰ ਲਈਏ, ਅੱਗੇ ਸ਼ਹਿਰ ਆਉਣ ਵਾਲਾ ਹੈ, ਫਿਰ ਜੋ ਚਾਹਵੇਂਗਾ ਉਹ ਪਕਵਾਨ ਆਪ ਜੀ ਨੇ ਛਕ ਲੈਣਾ। ਜਦੋਂ ਇਹ ਬਚਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਕਹੇ, ਭਾਈ ਮਰਦਾਨਾ ਕਹਿਣ ਲੱਗਾ, ਮਹਾਰਾਜ ਸ਼ਹਿਰ ਆਉਣ ਦਾ ਕੀ ਲਾਭ ਹੈ, ਆਪਣੇ ਕੋਲ ਕਿਹੜਾ ਕੋਈ ਪੈਸਾ ਹੈ, ਕੋਈ ਪੱਲੇ ਦੇ ਨਾਲ ਰੁਪਈਆ ਤੇ ਬੱਧਾ ਨਹੀਂ, ਕੋਈ ਧਨ ਹੈ ਨਹੀਂ, ਜੇ ਸ਼ਹਿਰ ਆ ਵੀ ਗਿਆ ਤੇ ਕਿਵੇਂ ਲੈ ਕੇ ਛਕਣਾ ਹੈ। ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਬੈਠੇ ਹੋਏ ਜਦੋਂ ਬਚਨ ਸੁਣਿਆ ਤੇ ਪਾਤਸ਼ਾਹ ਨੇ ਆਪਣੇ ਚਰਨਾਂ ਦਾ ਅੰਗੂਠਾ ਧਰਤੀ ਦੇ ਉੱਪਰ ਜਿਸ ਵੇਲੇ ਲਾਇਆ ਤੇ ਆਪਣੇ ਅੰਗੂਠੇ ਦੇ ਨਾਲ ਥੋੜ੍ਹੀ ਜਿਹੀ ਮਿੱਟੀ ਮਹਾਰਾਜ ਨੇ ਪਰੇ ਕੀਤੀ ਹੈ ਤੇ ਥੱਲਿਓਂ ਰੇਤ ਦੇ ਵਿੱਚੋਂ ਇੱਕ ਬੜਾ ਸੋਹਣਾ ਲਾਲ ਮਿਲਿਆ। ਮਹਾਰਾਜ ਕਹਿਣ ਲੱਗੇ, ਭਾਈ ਮਰਦਾਨਾ ਜੀ, ਇਸ ਲਾਲ ਨੂੰ ਆਪਣੇ ਪੱਲੇ ਬੰਨ੍ਹ ਲਓ। ਤੁਸੀਂ ਹੁਣੇ ਬਚਨ ਕਰ ਰਹੇ ਸੀ ਨਾ ਕਿ ਪੈਸਾ ਧਨ ਤੇ ਹੈ ਕੋਈ ਨਹੀਂ ਹੈ, ਤੇ ਸ਼ਹਿਰ ਵਿੱਚੋਂ ਜਾ ਕੇ ਕੀ ਆਪਾਂ ਖਰੀਦ ਲੈ ਲੈਣਾ। ਲਓ ਤੁਹਾਨੂੰ ਲਾਲ ਦੇ ਦਿੱਤਾ ਹੈ, ਇਹਨੂੰ ਆਪਣੇ ਪੱਲੇ ਦੇ ਨਾਲ ਤੁਸੀਂ ਬੰਨ੍ਹ ਲਵੋਗੇ, ਸ਼ਹਿਰ ਵਿੱਚ ਜਾ ਕੇ ਜੋ ਚਾਹੋ ਖਰੀਦ ਸਕਦੇ ਹੋ। ਭਾਈ ਮਰਦਾਨਾ ਜੀ ਨੇ ਉਹ ਲਾਲ ਪੱਲੇ ਦੇ ਨਾਲ ਬੱਧਾ ਹੈ। ਥੋੜ੍ਹਾ ਜਿਹਾ ਸਫ਼ਰ ਮਹਾਰਾਜ ਨੇ ਤੈਅ ਕੀਤਾ ਤੇ ਅੱਗੇ ਇੱਕ ਸ਼ਹਿਰ ਆਇਆ ਜਿਸ ਦਾ ਨਾਮ ਹੈ ਬਿਸੰਭਰਪੁਰ। ਅੱਜ ਕੱਲ੍ਹ ਆਪਾਂ ਉਸ ਨੂੰ ਪਟਨਾ ਸਾਹਿਬ ਕਹਿੰਦੇ ਹਾਂ। ਪਟਨਾ ਸਾਹਿਬ ਦਾ ਪਹਿਲਾ ਨਾਮ ਬਿਸੰਭਰਪੁਰੀ ਗ੍ਰੰਥਕਾਰਾਂ ਨੇ ਲਿਖਿਆ ਹੈ, ਜਿੱਥੇ 10ਵੇਂ ਪਾਤਸ਼ਾਹ ਮਹਾਰਾਜ ਦਾ ਅਵਤਾਰ ਹੋਇਆ। ਪਟਨਾ ਸਾਹਿਬ ਦੀ ਉਹ ਪਵਿੱਤਰ ਧਰਤੀ ਹੈ। ਇਸ ਸ਼ਹਿਰ ਦੇ ਵਿੱਚ ਮਹਾਰਾਜ ਪਹੁੰਚੇ। ਸਤਿਗੁਰੂ ਨਗਰ ਤੋਂ ਬਾਰ-ਬਾਰ ਹੀ ਆਪਣਾ ਡੇਰਾ ਕੀਤਾ ਤੇ ਕਹਿਣ ਲੱਗੇ, ਜਾਓ ਭਾਈ ਮਰਦਾਨਾ ਜੀ, ਇਹ ਲਾਲ ਦੇ ਕੇ ਤੇ ਪੈਸੇ ਲੈ ਕੇ ਜੋ ਖਾਣਾ ਚਾਹੁੰਦੇ ਹੋ ਪਦਾਰਥ ਛਕ ਲਵੋ। ਭਾਈ ਮਰਦਾਨਾ ਜੀ ਬਚਨ ਮੰਨ ਕੇ ਜਦੋਂ ਸ਼ਹਿਰ ਦੇ ਅੰਦਰ ਲਾਲ ਲੈ ਕੇ ਗਏ, ਕੋਈ 1 ਪੈਸਾ, ਕੋਈ 5 ਪੈਸੇ, ਕੋਈ 20 ਪੈਸੇ, ਕੋਈ ਰੁਪਈਆ, ਇੰਨੀ ਕੁ ਕੀਮਤ ਭਾਈ ਮਰਦਾਨਾ ਜੀ ਦੇ ਲਾਲ ਦੀ ਲੱਗਦੀ ਪਈ ਹੈ। ਮਨ ਵਿੱਚ ਬੜੇ ਹੈਰਾਨ ਨੇ ਭਾਈ ਮਰਦਾਨਾ ਜੀ ਕਿ ਮੈਂ ਤੇ ਸੁਣਿਆ ਵੀ ਲਾਲ ਬੜੇ ਮਹਿੰਗੇ ਮੁੱਲ ਦੇ ਹੋਇਆ ਕਰਦੇ, ਇਹ ਲੋਕ ਕੋਈ ਰੁਪਈਆ, ਕੋਈ 5 ਰੁਪਈਏ ਥੋੜ੍ਹੀ ਜਿਹੀ ਕੀਮਤ ਲਾਉਂਦੇ ਪਏ, ਕਿਤੇ ਮੈਂ ਠੱਗਿਆ ਹੀ ਨਾ ਜਾਵਾਂ। ਹੁਣ ਭਾਈ ਮਰਦਾਨਾ ਜੀ ਨੂੰ ਭੁੱਖ ਵੀ ਲੱਗੀ ਹੋਈ ਹੈ। ਸਾਰਾ ਬਾਜ਼ਾਰ ਘੁੰਮਦਿਆਂ ਦਿਨ ਦਾ ਕਾਫੀ ਸਮਾਂ ਹੋ ਗਿਆ। ਵਾਪਸ ਗੁਰੂ ਨਾਨਕ ਦੇਵ ਪਾਤਸ਼ਾਹ ਕੋਲ ਆ ਕੇ ਕਹਿਣ ਲੱਗੇ, ਮਹਾਰਾਜ ਤੁਸੀਂ ਆਖਦੇ ਹੋ ਵੀ ਲਾਲ ਬੜਾ ਕੀਮਤੀ ਹੈ, ਲੋਕ ਤੇ ਪੈਸਾ ਹੀ ਨਹੀਂ ਦੇਣਾ ਚਾਹੁੰਦੇ, ਜਾਂ ਤੇ ਲਾਲ ਹੀ ਨਕਲੀ ਹੈ ਤੇ ਜਾਂ ਫਿਰ ਇਹਨਾਂ ਲੋਕਾਂ ਨੂੰ ਇਸ ਲਾਲ ਦੀ, ਇਸ ਹੀਰੇ ਦੀ ਕੀਮਤ ਦਾ ਪਤਾ ਨਹੀਂ ਹੈ। ਪਾਤਸ਼ਾਹ ਕਹਿਣ ਲੱਗੇ, ਭਾਈ ਮਰਦਾਨਾ ਜੀ, ਇੱਥੇ ਇੱਕ ਸਾਲਸ ਰਾਏ ਨਾਮ ਦਾ ਜੌਹਰੀ ਹੈ, ਇਹ ਹੀਰਾ ਉਹਦੇ ਕੋਲ ਲੈ ਕੇ ਜਾ, ਇਹ ਲਾਲ ਉਹ ਇਹਦੀ ਕੀਮਤ ਦੱਸ ਸਕਦਾ ਹੈ। ਭਾਈ ਮਰਦਾਨਾ ਜੀ ਨੇ ਦੂਜਾ ਬਚਨ ਮੰਨਿਆ ਤੇ ਹੁਣ ਪਤਾ ਕਰਦਿਆਂ ਸਾਲਸ ਰਾਏ ਦੇ ਘਰ ਜਿਸ ਵੇਲੇ ਭਾਈ ਮਰਦਾਨਾ ਜੀ ਪਹੁੰਚੇ ਤੇ ਲਾਲ ਕੱਢ ਕੇ ਜਦੋਂ ਸਾਹਮਣੇ ਰੱਖਿਆ ਨਾ, ਤੇ ਉਸ ਵੇਲੇ ਬੜੀ ਬਰੀਕੀ ਦੇ ਨਾਲ ਸਾਲਸ ਰਾਏ ਨੇ ਉਸ ਦੀ ਜਾਂਚ ਕੀਤੀ ਹੈ, ਪਰਖਿਆ ਹੈ
ਤੇ ਪਰਖਣ ਤੋਂ ਬਾਅਦ ਵਿੱਚ 100 ਰੁਪਈਆ ਕੱਢ ਕੇ ਤੇ ਲਾਲ ਦੇ ਸਾਹਮਣੇ ਰੱਖ ਕੇ ਨਮਸਕਾਰ ਕੀਤੀ ਹੈ। ਭਾਈ ਮਰਦਾਨਾ ਜੀ ਕਹਿਣ ਲੱਗੇ, ਜੌਹਰੀ ਸਾਹਿਬ ਵੀ ਇਹ ਤੁਸੀਂ ਲਾਲ ਦੀ ਕੀਮਤ 100 ਰੁਪਈਆ ਦੇ ਰਹੇ ਹੋ, ਵੀ ਵੱਡੀ ਰਕਮ ਹੈ, ਵੀ ਲਾਲ ਦੀ ਇੰਨੀ ਕੀਮਤ ਹੈ। ਸਾਲਸਰਾਏ ਕਹਿਣ ਲੱਗਾ ਵੀ ਨਹੀਂ, ਇਸ ਲਾਲ ਦੀ ਕੋਈ ਕੀਮਤ ਦੇ ਨਹੀਂ ਸਕਦਾ ਹੈ, ਇਹ ਬਹੁਤ ਮੁੱਲਾ ਲਾਲ ਹੈ, ਮੇਰੇ ਕੋਲ ਇਹਦੀ ਕੀਮਤ ਨਹੀਂ ਹੈ, ਪਰ ਇਹਦੇ ਉੱਪਰ ਲਿਖਿਆ ਹੈ ਵੀ ਜਿਹੜਾ ਇਹਦੇ ਦਰਸ਼ਨ ਕਰੇ ਜੌਹਰੀ, ਉਹ ਇਸ ਨੂੰ ਨਮਸਕਾਰ ਕਰਨ ਵਾਸਤੇ 100 ਦਮੜਾ ਹਾਜ਼ਰ ਕਰੇ। ਤੇ ਮੇਰਾ ਇਹ ਕਿੱਤਾ ਹੈ, ਮੇਰਾ ਕੰਮ ਹੈ, ਮੈਂ ਆਪਣਾ ਧਰਮ ਨਹੀਂ ਹਾਰਦਾ, ਇਸ ਕਰਕੇ ਮੈਂ 100 ਰੁਪਈਆ ਇਹ ਦਰਸ਼ਨੀ ਭੇਟਾ ਰੱਖੀ ਹੈ। ਭਾਈ ਮਰਦਾਨਾ ਜੀ ਉਸ ਵੇਲੇ 100 ਰੁਪਈਆ ਵੀ ਜੇਬ ਵਿੱਚ ਪਾਇਆ ਤੇ ਲਾਲ ਵੀ ਜੇਬ ਦੇ ਵਿੱਚ ਪਾਇਆ, ਵੀ ਲਾਲ ਵੀ ਬਚ ਗਿਆ, ਰੁਪਈਏ ਵੀ ਮਿਲ ਗਏ, ਹੋਰ ਆਪਾਂ ਨੂੰ ਕੀ ਚਾਹੀਦਾ। ਵਾਪਸ ਆ ਗਿਆ, ਮਹਾਰਾਜ ਨੂੰ ਕਹਿੰਦਾ, ਪਾਤਸ਼ਾਹ ਜੀ ਉਸ ਜੌਹਰੀ ਨੇ 100 ਰੁਪਈਆ ਦਿੱਤਾ ਹੈ ਤੇ ਲਾਲ ਵੀ ਨਹੀਂ ਰੱਖਿਆ, ਲਾਲ ਵੀ ਮੋੜ ਦਿੱਤਾ ਹੈ। ਤੇ ਮਹਾਰਾਜ ਕਹਿਣ ਲੱਗੇ, ਭਾਈ ਮਰਦਾਨਿਆ ਫਿਰ ਅੱਗੇ ਕੀ ਕਰਨਾ। ਕਹਿਣ ਲੱਗਾ, ਮਹਾਰਾਜ ਲਾਲ ਕੋਲ ਰੱਖੀਏ, ਜਦੋਂ ਕਿਤੇ ਭੁੱਖ ਲੱਗਿਆ ਕਰੇਗੀ ਲਾਲ ਵਿਖਾਵਾ ਕਰਾਂਗੇ, ਲੋਕ ਮੱਥਾ ਟੇਕਿਆ ਕਰਨਗੇ ਤੇ ਆਪਾਂ ਪ੍ਰਸ਼ਾਦਾ ਪਾਣੀ ਛਕਿਆ ਕਰਾਂਗੇ। ਮਹਾਰਾਜ ਸਾਹਿਬ ਕਹਿਣ ਲੱਗੇ, ਨਹੀਂ ਇਸ ਤਰ੍ਹਾਂ ਨਹੀਂ ਕਰੀਦਾ ਹੈ, ਜੇ ਵਸਤੂ ਵੇਚੀਏ ਨਾ ਤਾਂ ਫਿਰ ਉਹਦੀ ਕੀਮਤ ਨਹੀਂ ਲਈਦੀ ਹੈ, ਜੇ ਕੀਮਤ ਲਈਏ ਫਿਰ ਵਸਤੂ ਵੇਚ ਦੇਈਦੀ ਹੈ, ਦੋਹਰੇ ਕੰਮ ਨਹੀਂ ਕਰਨੇ ਚਾਹੀਦੇ। ਭਾਈ ਮਰਦਾਨਿਆ ਜਾ ਲਾਲ ਉਹਨੂੰ ਦੇ ਕੇ ਆ, ਤਾਂ ਇਹ ਕੀਮਤ ਆਪਾਂ ਰੱਖਣੀ ਹੈ। ਹੁਣ ਭੁੱਖ ਲੱਗੀ ਹੋਈ ਭਾਈ ਮਰਦਾਨਾ ਜੀ ਫਿਰ ਚੱਲ ਪਏ ਉਧਰ ਨੂੰ, ਜਾ ਕੇ ਜੌਹਰੀ ਨੂੰ ਕਹਿਣ ਲੱਗੇ, ਜੌਹਰੀ ਜੀ ਵੀ ਮੇਰੇ ਮਾਲਕ ਨਹੀਂ ਮੰਨਦੇ ਪਏ, ਉਹ ਕਹਿੰਦੇ ਵੀ ਇਸ ਤਰ੍ਹਾਂ ਅਸੀਂ ਵਸਤੂ ਦਿੱਤੇ ਬਿਨਾਂ ਪੈਸਾ ਨਹੀਂ ਲਵਾਂਗੇ, ਤੁਸੀਂ ਇਹ ਲਾਲ ਰੱਖ ਲਵੋ। ਜੌਹਰੀ ਆਖਦਾ ਵੀ ਮੈਂ ਨਹੀਂ ਰੱਖ ਸਕਦਾ, ਕਿਉਂਕਿ ਮੇਰੇ ਕੋਲ ਇੰਨੀ ਸਮਰੱਥਾ ਨਹੀਂ ਹੈ ਵੀ ਮੈਂ ਇਹਦੀ ਕੀਮਤ ਦੇ ਸਕਾਂ, ਮੇਰੀ ਕੀਮਤ ਤੋਂ ਮੇਰੀ ਪਹੁੰਚ ਤੋਂ ਬਾਹਰ ਇਹ ਵਸਤੂ ਹੈ, ਮੈਂ ਕੀਮਤ ਦੇ ਨਹੀਂ ਸਕਦਾ। 100 ਰੁਪਈਆ ਇਹਦੀ ਦਰਸ਼ਨੀ ਭੇਟਾ ਹੈ ਤੇ ਮੈਂ ਆਪਣਾ ਧਰਮ ਨਿਭਾਇਆ ਹੈ, ਮੈਂ ਰੱਖਣਾ ਨਹੀਂ। ਭਾਈ ਮਰਦਾਨਾ ਵਾਪਸ ਆ ਗਏ, ਮਹਾਰਾਜ ਨੇ ਫਿਰ ਭੇਜਿਆ, ਫਿਰ ਚਲੇ ਜਾਣ 7 ਗੇੜੇ। ਭਾਈ ਸੰਤੋਖ ਸਿੰਘ ਨੇ ਬਚਨ ਲਿਖਿਆ ਵੀ 7 ਵਾਰੀ ਭਾਈ ਮਰਦਾਨਾ ਨੂੰ ਮਹਾਰਾਜ ਨੇ ਭੇਜਿਆ। ਇੱਕ ਤਾਂ ਭੁੱਖ ਦਾ ਡਾਢਾ ਜ਼ੋਰ ਪਿਆ ਹੋਇਆ, ਉੱਪਰੋਂ ਦੁਪਹਿਰ ਦਾ ਸਮਾਂ ਹੋ ਗਿਆ, ਭੁੱਖ ਦੇ ਵਿੱਚ ਬੜਾ ਸਤਾਇਆ ਹੋਇਆ, ਜੌਹਰੀ ਲਾਲ ਲੈਂਦਾ ਨਹੀਂ ਹੈ, ਪੈਸੇ ਰੱਖਦਾ ਨਹੀਂ, ਭਾਈ ਮਰਦਾਨਾ ਨੂੰ ਮਹਾਰਾਜ ਰੱਖਣ ਨਹੀਂ ਦਿੰਦੇ। ਜਦੋਂ ਬਹੁਤਾ ਆਖਿਆ ਭਾਈ ਮਰਦਾਨਾ ਫਿਰ 100 ਰੁਪਈਆ ਇਹਦੇ ਘਰ ਵਿੱਚ ਸੁੱਟ ਕੇ ਹੀ ਆ ਗਿਆ, ਕਹਿਣ ਲੱਗਾ ਵੀ ਆਹ ਤੇਰੇ ਰੁਪਈਏ ਪੈ, ਚੁੱਕਣੇ ਚੁੱਕ, ਨਹੀਂ ਚੁੱਕਣੇ ਨਾ ਚੁੱਕ, ਮੈਂ ਤੇ ਪਹਿਲਾਂ ਹੀ ਭੁੱਖ ਦਾ ਬੜਾ ਦੁਖੀ ਹਾਂ, ਤੇ ਉੱਤੋਂ ਮੈਨੂੰ ਵਾਰ-ਵਾਰ ਗੇੜਾ ਪੈ ਰਿਹਾ ਹੈ, ਹੁਣ ਮੈਂ ਇਹ ਭੁੱਖ ਦਾ ਦੁੱਖ ਸਹਾਰ ਨਹੀਂ ਸਕਦਾ ਹਾਂ। ਜਦੋਂ ਭਾਈ ਮਰਦਾਨਾ ਜੀ ਵਾਪਸ ਆ ਗਏ, ਉਸ ਵੇਲੇ ਜੌਹਰੀ ਨੇ ਜਾਣਿਆ ਵੀ ਇਹ ਕੋਈ ਬੜਾ ਸਤਪੁਰਸ਼ ਹੈ, ਇਹਦੇ ਮਾਲਕ ਵੀ ਬੜੇ ਕੋਈ ਚੰਗੇ ਸਾਧੂ ਹੀ ਹੋਣਗੇ ਜਿਨ੍ਹਾਂ ਨੇ ਰੁਪਈਏ ਲੈਣ ਤੋਂ ਮਨਾ ਕਰ ਦਿੱਤਾ ਹੈ, ਮੈਨੂੰ ਐਸੇ ਸਾਧੂ ਦੇ ਦਰਸ਼ਨ ਕਰਨੇ ਚਾਹੀਦੇ। ਭਾਈ ਮਰਦਾਨਾ ਜੀ ਬੜੇ ਗੁੱਸੇ ਦੇ ਨਾਲ ਆ ਕੇ ਮਹਾਰਾਜ ਸਾਹਿਬ ਜੀਆਂ ਦੇ ਕੋਲ ਬੈਠ ਗਏ। ਭੁੱਖ ਦੇ ਦੁੱਖ ਨੇ ਬੜਾ ਸਤਾਇਆ ਹੋਇਆ। ਉਸ ਵੇਲੇ ਸਾਲਸਰਾਏ ਜੌਹਰੀ ਨੇ ਮਨ ਵਿੱਚ ਸੋਚਿਆ ਕਿ ਐਸੇ ਸਾਧੂ ਦੇ ਦਰਸ਼ਨ ਕਰਨੇ ਚਾਹੀਦੇ। ਆਪਣੇ ਨੌਕਰ ਨੂੰ ਪਹਿਲਾਂ ਭੇਜਿਆ, ਕਹਿਣ ਲੱਗਾ ਜਾਓ ਜਾ ਕੇ ਉਹਨਾਂ ਸਾਧੂਆਂ ਨੂੰ ਸੁਨੇਹਾ ਦਿਓ ਕਿਤੇ ਚਲੇ ਨਾ ਜਾਣ, ਮੈਂ ਦਰਸ਼ਨ ਕਰਨ ਵਾਸਤੇ ਆਉਣਾ ਹੈ। ਇਸ ਦੇ ਚੇਲੇ ਦਾ ਨਾਮ ਵਿਦਵਾਨਾਂ ਨੇ ਗ੍ਰੰਥਾਂ ਵਿੱਚ ਲਿਖਿਆ ਹੈ ਕਿ ਅਦਰਕੇ ਇਸ ਦਾ ਨਾਮ ਸੀ ਚੇਲੇ ਦਾ। ਇਹ ਜਦੋਂ ਮਹਾਰਾਜ ਦੇ ਕੋਲ ਆਇਆ ਸੁਨੇਹਾ ਦੇਣ ਵਾਸਤੇ, ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਹੋਏ। ਦਰਸ਼ਨ ਕਰਦਿਆਂ ਹੀ ਇਹ ਚੇਲਾ ਨਜ਼ਰੋਂ ਨਜ਼ਰੀ ਨਿਹਾਲ ਹੋ ਗਿਆ, ਕਿਉਂਕਿ ਗੁਰਮੁਖਤਾਈ ਵਾਲਾ ਸੁਭਾਅ ਹੈ। ਸਤਿਗੁਰਾਂ ਦੇ ਨਿਰੰਕਾਰ ਦੇ ਰੂਪ ਦੇ ਵਿੱਚ ਦਰਸ਼ਨ ਕੀਤੇ, ਚਰਨਾਂ 'ਤੇ ਮੱਥਾ ਟੇਕਿਆ, ਮਨ ਬੜਾ ਸ਼ਾਂਤ ਹੋਇਆ। ਕਈ ਤਰ੍ਹਾਂ ਦੇ ਬਚਨ ਬਲਾਸ ਗੁਰਮੁਖਤਾਈ ਵਾਲੇ ਇਸ ਚੇਲੇ ਨੌਕਰ ਨੇ ਮਹਾਰਾਜ ਦੇ ਨਾਲ ਕੀਤੇ। ਬਚਨ ਮਹਾਰਾਜ ਦੇ ਸੁਣਦਿਆਂ ਨਾਲ ਇਹਦੀ ਸਮਾਧੀ ਲੱਗ ਗਈ, ਚੌਂਕੜਾ ਲਾ ਕੇ ਮਹਾਰਾਜ ਦੇ ਕੋਲ ਹੀ ਬੈਠ ਗਿਆ। ਕੁਝ ਸਮੇਂ ਬਾਅਦ ਇਹ ਜਿਹੜਾ ਸਾਲਸਰਾਏ ਜੌਹਰੀ ਹੈ, ਬੜੇ ਸੋਹਣੇ ਪਕਵਾਨ ਬਣਾ ਕੇ ਭਾਂਡਿਆਂ ਵਿੱਚ ਪਾ ਕੇ ਆਪਣੇ ਹੋਰਾਂ ਨੌਕਰਾਂ ਨੂੰ ਚੁਕਵਾ ਕੇ ਮਹਾਰਾਜ ਦੇ ਕੋਲ ਲੈ ਕੇ ਆਇਆ। ਸਤਿਗੁਰਾਂ ਦੇ ਅੱਗੇ ਪ੍ਰਸ਼ਾਦ ਰੱਖ ਕੇ ਇਸ ਨੇ ਮੱਥਾ ਟੇਕਿਆ। ਮਹਾਰਾਜ ਕਹਿਣ ਲੱਗੇ, ਭਾਈ ਮਰਦਾਨਿਆ ਤੂੰ ਆਖਦਾ ਸੀ ਭੁੱਖ ਲੱਗੀ ਹੈ, ਵੇਖ ਪ੍ਰਮਾਤਮਾ ਨੇ ਤੇਰੇ ਵਾਸਤੇ ਭੋਜਨ ਦਾ ਪ੍ਰਬੰਧ ਕੀਤਾ ਹੈ। ਇਸ ਪ੍ਰਸ਼ਾਦ ਨੂੰ, ਭੋਜਨ ਨੂੰ ਛਕ ਕੇ ਤੇ ਤੂੰ ਆਪਣੀ ਭੁੱਖ ਨੂੰ ਦੂਰ ਕਰਨਾ ਕਰ।
ਭਾਈ ਮਰਦਾਨਾ ਜੀ ਨੇ ਉਹ ਲਿਆਂਦਾ ਹੋਇਆ ਪਕਵਾਨ ਭੋਜਨ ਛਕ ਕੇ ਆਪਣੀ ਭੁੱਖ ਨੂੰ ਦੂਰ ਕੀਤਾ ਹੈ। ਸਾਲਸਰਾਏ ਜੌਹਰੀ ਮਹਾਰਾਜ ਜੀਆਂ ਦੇ ਕੋਲ ਬੈਠਾ ਹੈ। ਸਤਿਗੁਰੂ ਇਹਦੇ ਨਾਲ ਉਸ ਵੇਲੇ ਬਚਨ ਬਿਲਾਸ ਕਰਦੇ ਪਏ। ਜੌਹਰੀ ਆਖਦਾ, ਮਹਾਰਾਜ ਕਿਰਪਾ ਕਰੋ, ਮੈਨੂੰ ਉਪਦੇਸ਼ ਦੇ ਕੇ ਨਜ਼ਰੋ ਨਜ਼ਰੇ ਨਿਹਾਲ ਕਰੋ। ਮਹਾਰਾਜ ਜਾਣਦੇ ਇਸ ਜੌਹਰੀ ਦਾ ਸੁਭਾਅ ਮਨਮੁਖਤਾਈ ਵਾਲਾ ਹੈ, ਵੀ ਮਨਮੁਖ ਬੰਦੇ ਨੂੰ ਜਿੰਨੇ ਮਰਜ਼ੀ ਸਿਮਰਤੀਆਂ ਸ਼ਾਸਤਰ ਗ੍ਰੰਥ ਸੁਣਾ ਦਈਏ ਉਹਦੇ 'ਤੇ ਬਹੁਤਾ ਕੋਈ ਅਸਰ ਨਹੀਂ ਹੁੰਦਾ, ਕਿਉਂਕਿ ਉਹਨੇ ਉਹਦੇ ਵਿੱਚੋਂ ਵੀ ਕੋਈ ਨਾ ਕੋਈ ਹੁਜਤ ਹੀ ਕੱਢਣੀ ਹੈ। ਜੇ ਕੋਈ ਇਤਿਹਾਸ ਦੀ ਸਾਖੀ ਸੁਣਾ ਦਿੱਤੀ ਉਹਦੇ ਵਿੱਚੋਂ ਵੀ ਕੋਈ ਨਾ ਕੋਈ ਦੋਸ਼ ਹੀ ਰੋਪਣਾ। ਜੇ ਕੋਈ ਉਸ ਨੂੰ ਧਰਮ ਦਾ ਬਚਨ ਸੁਣਾ ਦਿੱਤਾ ਉਹਦੇ ਵਿੱਚ ਵੀ ਕੋਈ ਨਾ ਕੋਈ ਤਰਕ ਕੁਤਰਕ ਕਰਨੀ ਹੈ। ਐਸਾ ਸੁਭਾਅ ਇਸ ਜੌਹਰੀ ਦਾ ਹੈ। ਮਹਾਰਾਜ ਸਾਹਿਬ ਜੀ ਫਿਰ ਇਸ ਨੂੰ ਇਹ ਪਵਿੱਤਰ ਉਪਦੇਸ਼ ਸ਼ਬਦ ਦੇ ਰਾਹੀਂ ਜੋ ਆਪਾਂ ਸਰਵਨ ਕਰਨ ਜਾ ਰਹੇ ਹਾਂ, ਸਾਲਸਰਾਈ ਜੌਹਰੀ ਹੈ, ਪਟਨਾ ਸਾਹਿਬ ਦੇ ਰਹਿਣ ਵਾਲਾ ਹੈ, ਇਸ ਨੂੰ ਮਹਾਰਾਜ ਸਾਹਿਬ ਜੀ ਇੱਥੇ ਨਿਹਾਲ ਕਰ ਰਹੇ ਹਨ। ਬਿਮਲ ਮਝਾਰ ਬਸਸ ਨਿਰਮਲ ਜਲ। ਪਾਤਸ਼ਾਹ ਕਹਿਣ ਲੱਗੇ, ਭਾਈ ਇੱਕ ਉਦਾਹਰਨ ਦਿੰਦੇ ਨੇ। ਕਮਲ ਫੁੱਲ ਹੈ, ਕਮਲ ਦਾ ਫੁੱਲ ਪਾਣੀ ਵਿੱਚ ਰਹਿੰਦਾ ਹੈ। ਜਿਹੜਾ ਜਾਲਾ ਹੁੰਦਾ ਹੈ, ਜਾਲਾ ਵੀ ਪਾਣੀ ਵਿੱਚ ਹੀ ਰਹਿੰਦਾ ਹੈ। ਅਤੇ ਜਾਲੇ ਨੂੰ ਖਾਣ ਵਾਲਾ ਜਿਹੜਾ ਡੱਡੂ ਹੈ ਉਹ ਵੀ ਪਾਣੀ ਦੇ ਵਿੱਚ ਹੀ ਰਹਿੰਦਾ ਹੈ। ਰਹਿੰਦੇ ਤਿੰਨੇ ਹੀ ਪਾਣੀ ਵਿੱਚ ਨੇ, ਪਰ ਸੰਗਤ ਦਾ ਫਰਕ ਹੈ। ਉਹ ਸਾਨੂੰ ਇੱਥੇ ਬਚਨ ਸਮਝਾਉਣਗੇ। ਕਹਿਣ ਲੱਗੇ, ਬਿਮਲ ਮਝਾਰ। ਬਿਮਲ ਮਝਾਰ ਤੋਂ ਭਾਵ ਹੈ ਗੁਰਮੁਖੋ ਜਿਨ੍ਹਾਂ ਦਾ ਨਿਰਮਲ ਹਿਰਦਾ ਹੈ, ਸੋਹਣੇ ਪਾਣੀ ਦੇ ਵਾਂਗ ਜਿਨ੍ਹਾਂ ਦਾ ਨਿਰਮਲ ਹਿਰਦਾ ਹੈ ਗੁਰਮੁਖਾਂ ਦਾ। ਐਸੇ ਜਿਹੜੇ ਨਿਰਮਲ ਹਿਰਦੇ ਵਾਲੇ ਨੇ ਉਹ ਕੌਣ ਨੇ? ਕਹਿਣ ਲੱਗੇ, ਉਹ ਪਦਮਨ ਨੇ। ਪਦਮਨ ਤੋਂ ਭਾਵ ਜਿਨ੍ਹਾਂ ਗੁਰਮੁਖਾਂ ਦੇ ਸੁੱਧ ਹਿਰਦੇ ਕਮਲ ਫੁੱਲ ਦੇ ਵਰਗੇ ਹਨ। ਐਸੇ ਜਿਹੜੇ ਗੁਰਮੁਖ ਹਨ, ਪਦਮਲ ਜਾਵਲ ਰੇ। ਉਹ ਜਿਹੜੇ ਗੁਰਮੁਖ ਨੇ ਉਹ ਨਿਰਮਲ ਜਲ ਦੇ ਵਿੱਚ ਰਹਿੰਦੇ ਨੇ। ਜਿਨ੍ਹਾਂ ਗੁਰਮੁਖਾਂ ਦਾ ਹਿਰਦਾ ਨਿਰਮਲ ਹੈ, ਐਸੇ ਨਿਰਮਲ ਹਿਰਦੇ ਵਾਲੇ ਕੌਲ ਫੁੱਲ ਦੀ ਨਿਆਈ ਉਹ ਗੁਰਮੁਖ। ਕਹਿਣ ਲੱਗੇ, ਉਹ ਨਿਰਮਲ ਜਲ ਕੀ ਹੈ? ਜੋ ਸਤ ਸੰਗਤ ਹੈ, ਇਹ ਨਿਰਮਲ ਜਲ ਹੈ। ਜੋ ਸਤਿਗੁਰਾਂ ਦਾ ਨਾਮ ਹੈ, ਗੁਰਬਾਣੀ ਹੈ, ਇਹ ਨਿਰਮਲ ਜਲ ਹੈ। ਇਸ ਨਿਰਮਲ ਜਲ ਦੇ ਵਿੱਚ ਰਹਿੰਦੇ ਨੇ। ਅਤੇ ਪਾਤਸ਼ਾਹ ਬਚਨ ਕਰਦੇ, ਜਾਵਲ ਰੇ। ਜਾਵਲ ਨਾਮ ਹੈ ਗੁਰਮੁਖੋ ਜਾਲੇ ਦਾ। ਜਾਲਾ ਵੀ ਨਿਰਮਲ ਜਲ ਦੇ ਵਿੱਚ ਰਹਿੰਦਾ ਹੈ, ਅਤੇ ਜਾਲੇ ਨੂੰ ਖਾਣ ਵਾਲਾ ਡੱਡੂ ਵੀ ਉਸ ਪਾਣੀ ਵਿੱਚ ਰਹਿੰਦਾ ਹੈ। ਪਰ ਡੱਡੂ ਨੂੰ ਕੇਵਲ ਜਾਲਾ ਖਾਣ ਦਾ ਹੀ ਗਿਆਨ ਹੈ। ਡੱਡੂ ਨੂੰ ਇਹ ਨਹੀਂ ਪਤਾ ਹੈ ਕਿ ਜਿਸ ਕਮਲ ਫੁੱਲ ਦੀਆਂ ਜੜ੍ਹਾਂ ਦੇ ਨਾਲ ਮੈਂ ਬੈਠਾ ਹਾਂ, ਇਸ ਕਮਲ ਫੁੱਲ ਦੇ ਵਿੱਚੋਂ ਮੁਕਰੰਦ ਰਸ ਦੀ ਸੁਗੰਧੀ ਆਉਂਦੀ ਹੈ। ਅਤੇ ਡੱਡੂ ਛਾਲ 'ਤੇ ਮਾਰਦਾ ਹੈ ਪਰ ਜਾਲਾ ਖਾਣ ਵਾਸਤੇ, ਪਰ ਕਦੇ ਛਾਲ ਇਹ ਨਹੀਂ ਮਾਰਦਾ ਕਿ ਮੈਂ ਕਮਲ ਫੁੱਲ ਦੇ ਉੱਪਰ ਬੈਠ ਕੇ ਇਹਦੀ ਸੁਗੰਧੀ ਵੀ ਲੈ ਸਕਾਂ, ਕਿਉਂਕਿ ਡੱਡੂ ਦਾ ਸੁਭਾਅ ਹੀ ਜਾਲਾ ਖਾਣਾ ਹੈ। ਇਸ ਤਰ੍ਹਾਂ ਗੁਰਮੁਖੋ ਸੰਗਤ ਦੇ ਵਿੱਚ ਇਹ ਨਾਮ ਰੂਪੀ ਕਮਲ ਦਾ ਫੁੱਲ ਖਿੜਿਆ ਹੋਇਆ ਹੈ। ਪਰ ਇਹਦੇ ਵਿੱਚ ਕੁਝ ਲੋਕ ਐਸੇ ਨੇ ਜਿਹੜੇ ਡੱਡੂ ਦੀ ਨਿਆਈ ਆਏ ਨੇ। ਕਾਹਦੇ ਵਾਸਤੇ? ਕਿ ਮੈਂ ਜਾ ਕੇ ਸੰਗਤ ਵਿੱਚੋਂ ਇਹ ਪਦਾਰਥ ਮੰਗ ਲਵਾਂ, ਮੈਂ ਸੰਗਤ ਵਿੱਚੋਂ ਜਾ ਕੇ ਇਹ ਵਸਤੂ ਲੈ ਲਵਾਂ। ਜਿਵੇਂ ਡੱਡੂ ਪਾਣੀ ਵਿੱਚ ਰਹਿੰਦਾ ਜਾਲੇ ਦੀ ਮੰਗ ਹੀ ਰੱਖਦਾ ਹੈ, ਪਰ ਕਦੇ ਉਸ ਦੇ ਰਸ ਨੂੰ ਨਹੀਂ ਲੈਂਦਾ ਹੈ, ਮਕਰੰਦ ਰਸ ਦੀ ਪ੍ਰਾਪਤੀ ਨਹੀਂ ਕਰਦਾ। ਸੰਸਾਰੀ ਵਿਕਾਰੀ ਲੋਕ ਸੰਗਤ ਵਿੱਚ ਆਉਂਦੇ ਜ਼ਰੂਰ ਨੇ, ਪਰ ਆ ਕੇ ਦੁਨੀਆ ਦੇ ਪਦਾਰਥ ਹੀ ਮੰਗਦੇ। ਕੋਈ ਆਖਦਾ ਦੁੱਧ ਮਿਲੇ, ਕੋਈ ਆਖਦਾ ਪੁੱਤ ਮਿਲੇ, ਕੋਈ ਆਖਦਾ ਤੰਦਰੁਸਤੀ ਮਿਲੇ, ਕੋਈ ਆਖਦਾ ਮੈਨੂੰ ਪਦਾਰਥ ਮਿਲ ਜਾਣ। ਬਸ ਇਹਨਾਂ ਜਾਲਿਆਂ ਨੂੰ ਹੀ ਮਨਮੁਖ ਲੋਕ ਖਾਂਦੇ ਪਏ। ਪਰ ਪਾਤਸ਼ਾਹ ਕਹਿਣ ਲੱਗੇ, ਕਿਸੇ ਨੇ ਨਾਮ ਨਹੀਂ ਮੰਗਿਆ ਹੈ, ਨਾਮ ਰੂਪੀ ਰਸ ਦਾ ਕਿਸੇ ਨੇ ਸਵਾਦ ਨਹੀਂ ਲਿਆ, ਆਨੰਦ ਪ੍ਰਾਪਤ ਨਹੀਂ ਕੀਤਾ ਹੈ। ਪਦਮਨ ਜਾਵਲ ਜਲ ਰਸ ਸੰਗਤ। ਮਹਾਰਾਜ ਕਹਿਣ ਲੱਗੇ, ਪਦਮਨ ਜੋ ਕੌਲ ਫੁੱਲ ਹੈ ਉਸ ਨੂੰ ਵੀ ਜਲ ਦੀ ਸੰਗਤ ਪ੍ਰਾਪਤ ਹੈ। ਅਤੇ ਜਾਵਲ ਨਾਮ ਹੈ ਜਾਲੇ ਦਾ। ਜਲ ਨੂੰ, ਜਾਲੇ ਨੂੰ ਵੀ ਕਹਿੰਦੇ ਜਲ ਦੀ ਸੰਗਤ ਪ੍ਰਾਪਤ ਹੈ। ਅਤੇ ਐਸੇ ਤਰ੍ਹਾਂ ਉਸ ਜਾਲੇ ਨੂੰ ਖਾਣ ਵਾਲਾ ਜਿਹੜਾ ਡੱਡੂ ਹੈ ਉਸ ਨੂੰ ਵੀ ਕਹਿੰਦੇ ਪਾਣੀ ਦੀ ਸੰਗਤ, ਜਲ ਦੀ ਸੰਗਤ ਪ੍ਰਾਪਤ ਹੈ। ਪਰ ਕਹਿਣ ਲੱਗੇ, ਡੱਡੂ ਨੂੰ ਅਤੇ ਜਾਲੇ ਨੂੰ ਉਸ ਦੇ ਸੰਗ ਦਾ ਕੋਈ ਦੋਸ਼ ਨਹੀਂ ਹੈ, ਕਿਉਂਕਿ ਜਾਲੇ ਦਾ ਸੁਭਾਅ ਹੀ ਇਕੱਠਾ ਹੋਣਾ ਹੈ ਅਤੇ ਡੱਡੂ ਦਾ ਸੁਭਾਅ ਹੀ ਜਾਲਾ ਖਾਣਾ ਹੈ। ਇਸ ਕਰਕੇ ਉਹਨਾਂ ਦੀ ਸੰਗਤ ਦਾ, ਕਮਲ ਫੁੱਲ ਦੀ ਸੰਗਤ ਦਾ ਕੋਈ ਵੀ ਦੋਸ਼ ਡੱਡੂ ਦੇ ਉੱਪਰ ਜਾਂ ਜਾਲੇ ਦੇ ਉੱਪਰ ਨਹੀਂ ਲੱਗਦਾ ਹੈ, ਕਿਉਂਕਿ ਇਹਨਾਂ ਨੇ ਸੰਗ 'ਤੇ ਕੀਤਾ ਹੈ। ਪਰ ਚੰਗੇ ਸੁਗੰਧੀ ਵਾਲੇ ਫੁੱਲ ਕਮਲ ਦਾ ਇਹਨਾਂ ਨੇ ਆਨੰਦ ਨਹੀਂ ਪ੍ਰਾਪਤ ਕੀਤਾ,
ਕੇਵਲ ਜਾਲਾ ਖਾਣ ਵਿੱਚ ਲੱਗੇ ਹੋਏ। ਇਸ ਤਰੀਕੇ ਦੇ ਨਾਲ ਮਹਾਰਾਜ ਕਹਿਣ ਲੱਗੇ ਡੱਡੂ ਨੂੰ ਤੇ ਜਾਲੇ ਨੂੰ ਸੰਗ ਦਾ ਕੋਈ ਦੋਸ਼ ਨਹੀਂ ਹੈ, ਕਿਉਂਕਿ ਡੱਡੂ ਦਾ ਸੁਭਾਅ ਵੀ ਜਾਲਾ ਖਾਣਾ ਤੇ ਜਾਲੇ ਦਾ ਸੁਭਾਅ ਹੈ ਪਾਣੀ ਨੂੰ ਇਕੱਠਾ ਕਰਕੇ ਗੰਦਾ ਕਰਨਾ ਹੈ। ਦੋਨਾਂ ਨੇ ਇੱਕ ਦੂਜੇ ਦੀ ਸੰਗਤ ਮਿਲੀ ਹੈ, ਪਰ ਦੋਨਾਂ ਨੂੰ ਵੀ ਕੋਈ ਦੋਸ਼ ਨਹੀਂ, ਦੋਨੇ ਇੱਕੋ ਜਿਹੇ ਨੇ। ਆਪਾਂ ਕਹਿ ਲਈਏ ਦੋ ਮਨਮੁਖ ਇਕੱਠੇ ਹੋ ਗਏ ਨੇ, ਇੱਕ ਮਨਮੁਖ ਨਿੰਦਿਆ ਕਰਦਾ, ਦੂਜਾ ਮਨਮੁਖ ਚੁਗਲੀ ਕਰਦਾ। ਦੋਨਾਂ ਨੂੰ ਵੀ ਇੱਕ ਦੂਜੇ ਦੇ ਸੰਗ ਦਾ ਕੋਈ ਬਹੁਤਾ ਦੋਸ਼ ਨਹੀਂ ਹੈ, ਕਿਉਂਕਿ ਦੋਵੇਂ ਹੀ ਜੀਵਨ ਕਰਕੇ ਗਿਰੇ ਹੋਏ ਡਿੱਗੇ ਹੋਏ। ਮਹਾਰਾਜ ਫਿਰ ਇਸੇ ਪੰਕਤੀ ਨੂੰ ਫਰਮਾਉਂਦੇ ਹਨ, ਪਦਮਲ ਜਾਵਲ ਜਲ ਰਸ ਸੰਗਤ ਸੰਗ ਦੋਖ ਨਹੀਂ ਰੇ। ਇਸੇ ਤਰ੍ਹਾਂ ਮਹਾਰਾਜ ਕਹਿਣ ਲੱਗੇ ਗੁਰਮੁਖੋ ਜਿਹੜਾ ਕੌਲ ਦਾ ਫੁੱਲ ਹੈ ਨਾ, ਉਹਨੂੰ ਡੱਡੂ ਦੀ ਸੰਗਤ ਦਾ ਕੋਈ ਫਰਕ ਨਹੀਂ, ਨਾ ਜਾਲੇ ਦਾ ਕੋਈ ਫਰਕ ਹੈ। ਕਮਲ ਫੁੱਲ ਦੀਆਂ ਜੜ੍ਹਾਂ ਨਾਲ ਜਿੰਨਾ ਮਰਜ਼ੀ ਜਾਲਾ ਪੈ ਜਾਵੇ ਉਹ ਪਰਵਾਹ ਨਹੀਂ ਕਰਦਾ, ਉਹਨੂੰ ਪਤਾ ਮੈਂ ਪਾਣੀ ਤੋਂ ਬਾਹਰ ਜਾ ਕੇ ਖਿੜਨਾ ਹੈ। ਡੱਡੂ ਉਹਦੀਆਂ ਜੜ੍ਹਾਂ ਦਾ ਜਾਲਾ ਖਾਂਦਾ ਤਾਂ ਵੀ ਕਮਲ ਫੁੱਲ ਨੂੰ ਕੋਈ ਪਰਵਾਹ ਨਹੀਂ ਹੈ। ਐਸੇ ਤਰ੍ਹਾਂ ਕਮਲ ਦੇ ਫੁੱਲ ਦੇ ਵਾਂਗ ਨੇ ਸਾਧੂ ਮਹਾਤਮਾ, ਗੁਰਮੁਖ ਨਾਮ ਜਪਣ ਵਾਲੇ ਬ੍ਰਹਮ ਗਿਆਨੀ ਤਤ ਬੇਤੇ। ਉਹਨਾਂ ਤਤ ਬੇਤਿਆਂ ਦੀ ਸੰਗਤ ਵਿੱਚ ਆ ਕੇ ਡੱਡੂ ਦੀ ਨਿਆਈ ਕੋਈ ਨਿੰਦਕ ਵੀ ਬੈਠ ਜਾਵੇ, ਮਹਾਤਮਾ ਦੇ ਕੋਲ ਵੀ ਬੈਠਾ ਰਵੇ ਔਰ ਮਹਾਤਮਾ ਦੀ ਨਿੰਦਿਆ ਵੀ ਕਰਦਾ ਰਵੇ, ਪਰ ਮਹਾਤਮਾ ਨੂੰ ਕੋਈ ਫਰਕ ਨਹੀਂ ਪੈਂਦਾ। ਉਹ ਸਗੋਂ ਬਚਨੇ ਕਰਦੇ ਨੇ ਨਿੰਦੋ ਨਿੰਦੋ ਮੁਕੋ ਲੋਕ ਨਿੰਦੋ। ਉਹ ਇਸ ਤਰ੍ਹਾਂ ਬਚਨ ਕਰਦੇ, ਕਹਿਣ ਲੱਗੇ ਚੰਗਾ ਭਾਈ ਇਹ ਨਿੰਦਿਆ ਕਰਕੇ ਸਾਡੀ ਮੈਲ ਧੋਂਦਾ ਹੈ। ਸੋ ਇਸ ਤਰ੍ਹਾਂ ਡੱਡੂ ਦੇ ਵਾਂਗ ਜਾਲਾ ਖਾਣਾ ਕੀ ਹੈ, ਨਿੰਦਿਆ ਕਰਨੀ ਹੈ। ਕਿਸੇ ਮਹਾਤਮਾ ਦੇ ਕੋਲ ਕਿਸੇ ਵਿਅਕਤੀ ਨੇ ਜਾ ਕੇ ਸਵਾਲ ਕੀਤਾ ਨਾ, ਕਹਿਣ ਲੱਗਾ ਜੀ ਫਲਾਣਾ ਵਿਅਕਤੀ ਨਾਂ ਲੈ ਕੇ ਨਾ ਫਲਾਣਾ ਵਿਅਕਤੀ ਤੁਹਾਡੀ ਬੜੀ ਨਿੰਦਿਆ ਕਰਦਾ ਹੈ, ਪ੍ਰੋਪੋਗੰਡਾ ਬੜਾ ਕਰਦਾ ਹੈ, ਤੁਹਾਡੇ ਉਲਟੀ ਬੜੇ ਬਚਨ ਸੁਣਾਉਂਦਾ ਹੈ। ਜਦੋਂ ਉਹਨਾਂ ਮਹਾਤਮਾ ਨੇ, ਗੁਰਮੁਖਾਂ ਨੇ, ਸੰਤਾਂ ਨੇ ਬਚਨ ਸੁਣੇ ਨਾ, ਕਹਿਣ ਲੱਗੇ ਭਾਈ ਤੂੰ ਕਾਹਦੇ ਤੇ ਆਇਆ ਹੈ? ਕਹਿੰਦਾ ਜੀ ਮੈਂ ਗੱਡੀ ਤੇ ਆਇਆ ਹਾਂ। ਕਹਿਣ ਲੱਗੇ ਨਾਲ ਕੀ ਲੈ ਕੇ ਆਇਆ? ਕਹਿੰਦਾ ਜੀ ਨਾਲ ਇੱਕ ਦੋ ਬੈਗ ਲੈ ਕੇ ਆਇਆ ਸਮਾਨ ਦੇ। ਤੇ ਕਹਿੰਦੇ ਬੈਗ ਕਿਵੇਂ ਲਿਆਂਦੇ? ਕਹਿੰਦਾ ਜੀ ਸਟੇਸ਼ਨ ਤੇ ਪਹੁੰਚਿਆ, ਉੱਥੇ ਕੁੱਲੀ ਮਿਲਿਆ, ਉਹਨੂੰ ਪੈਸੇ 2 ਪੈਸੇ ਦਿੱਤੇ, ਉਹਨੇ ਮੇਰਾ ਸਮਾਨ ਗੱਡੀ ਵਿੱਚ ਰੱਖ ਦਿੱਤਾ, ਮੈਂ ਸਫ਼ਰ ਕੀਤਾ। ਜਦੋਂ ਇੱਥੇ ਆ ਕੇ ਉਤਰਿਆ ਇੱਥੇ ਫਿਰ ਕੁੱਲੀ ਮਿਲ ਗਿਆ, ਕੁੱਲੀ ਨੂੰ ਫਿਰ 2-4 ਪੈਸੇ ਦਿੱਤੇ, ਜੋ ਉਸ ਵੇਲੇ ਦਾ ਸਮਾਂ ਹੈ। ਉਹਨਾਂ ਨੇ ਬੈਗ ਚੁੱਕ ਕੇ ਮੇਰਾ ਤੇ ਮੈਨੂੰ ਇੱਥੇ ਪਹੁੰਚਾ ਦਿੱਤਾ ਹੈ। ਮਹਾਤਮਾ ਕਹਿਣ ਲੱਗੇ ਵੇਖ ਤੂੰ ਬੈਗ ਚੁਕਾਇਆ, ਆਪਣਾ ਭਾਰ ਚੁਕਾਇਆ, ਤੈਨੂੰ ਆਪਣੇ ਕੋਲੋਂ ਪੈਸੇ ਦੇਣੇ ਪਏ ਤੇ ਫਿਰ ਤੇਰਾ ਭਾਰ ਉਸਨੇ ਚੁੱਕ ਕੇ ਰੱਖਿਆ ਹੈ। ਪਰ ਦੂਜੇ ਪਾਸੇ ਵੇਖ ਅਸੀਂ ਪੈਸਾ ਵੀ ਕੋਈ ਨਹੀਂ ਦਿੰਦੇ ਪਏ, ਇਹ ਨਿੰਦਿਆ ਕਰਕੇ ਸਾਡਾ ਫ੍ਰੀ ਦਾ ਭਾਰ ਚੁੱਕੀ ਜਾ ਰਿਹਾ ਹੈ। ਫਿਰ ਇਹ ਤੇ ਸੌਦਾ ਹੀ ਬੜਾ ਸਸਤਾ ਬੜਾ ਚੰਗਾ ਹੈ ਨਾ, ਕਰ ਲੈਂਦੇ, ਕਿੰਨੀ ਕੁ ਨਿੰਦਿਆ ਕਰਦਾ ਹੈ। ਇਹ ਸਾਡਾ ਭਾਰ ਘਟਾਉਂਦਾ ਪਿਆ ਹੈ, ਬਿਨ ਮਜ਼ਦੂਰੀ ਭਾਰ ਪਹੁੰਚਾਵਣੇ ਆ, ਮਹਾਰਾਜ ਦੀ ਬਾਣੀ ਦਾ ਬਚਨ ਹੈ। ਕੋਈ ਦੁਨੀਆ ਵਿੱਚ ਮਜ਼ਦੂਰ ਉਹ ਨੇ ਜਿਹੜੇ ਪੈਸਾ ਲੈ ਕੇ ਤੁਹਾਡਾ ਭਾਰ ਚੁੱਕ ਕੇ ਛੱਡ ਕੇ ਆਉਂਦੇ, ਪਰ ਦੁਨੀਆ ਦੇ ਵਿੱਚ ਨਿੰਦਕ ਇੱਕ ਇਹੋ ਜਿਹਾ ਮਜ਼ਦੂਰ ਹੈ ਜਿਹੜਾ ਤੁਹਾਡੇ ਕੋਲੋਂ ਲੈਂਦਾ ਕੁਝ ਨਹੀਂ ਹੈ, ਫ੍ਰੀ ਤੁਹਾਡਾ ਭਾਰ ਚੁੱਕ ਚੁੱਕ ਕੇ ਤੇ ਤੁਹਾਨੂੰ ਭਾਰ ਤੋਂ ਮੁਕਤ ਕਰਦਾ ਹੈ, ਤੁਹਾਡਾ ਭਾਰ ਢੋਂਦਾ ਪਿਆ ਹੈ। ਮਹਾਤਮਾ ਕਹਿੰਦੇ ਭਾਈ ਨਿੰਦਿਆ ਕਰਦਾ ਕਰੀ ਜਾਣ ਦਿਓ, ਸਾਡਾ ਕੀ ਹੈ, ਸਗੋਂ ਸਾਡੀ ਨਿੰਦਿਆ ਨਾਲ ਪਾਪ ਧੋਦਾ ਹੈ। ਕਬੀਰ ਸਾਹਿਬ ਜੀ ਕਹਿਣ ਲੱਗੇ ਨਿੰਦੋ ਹੋ ਮੁਕੋ ਲੋਕ ਨਿੰਦੋ, ਤੇ ਕਹਿਣ ਲੱਗੇ ਨਿੰਦਿਆ ਕਰੋ ਭਾਈ ਜਿੰਨੀ ਸਾਡੀ ਕੋ ਕਰਦਾ, ਚੰਗੀ ਗੱਲ ਹੀ ਹੈ। ਨਿੰਦਕ ਡੂਬਾ ਹਮ ਉਤਰੇ ਪਾਰ, ਨਿੰਦਕ ਨੇ ਨਿੰਦਿਆ ਕਰਕੇ ਡੁੱਬ ਜਾਣਾ, ਅਸੀਂ ਪਾਰ ਹੋ ਜਾਣਾ। ਐਸਾ ਜੀਵਨ ਹੋਇਆ ਕਰਦਾ ਸੰਤਾਂ ਦਾ, ਸਾਧੂਆਂ ਦਾ। ਕਮਲ ਫੁੱਲ ਦੀ ਨਿਆਈ ਉਹ ਰਹਿੰਦੇ ਸੰਸਾਰ ਵਿੱਚ ਹੀ ਨੇ, ਡੱਡੂ ਦੇ ਵਾਂਗ ਉਹਨਾਂ ਦੀ ਕੋਈ ਨਿੰਦਿਆ ਕਰੀ ਵੀ ਜਾਵੇ, ਨਿੰਦਿਆ ਰੂਪੀ ਜਾਲਾ ਖਾਈ ਜਾਵੇ, ਤੇ ਕਹਿਣ ਲੱਗੇ ਮਹਾਤਮਾ ਨੂੰ ਕੋਈ ਫਰਕ ਨਹੀਂ। ਉਹ ਕਹਿਣ ਲੱਗੇ ਕੋਈ ਗੱਲ ਨਹੀਂ, ਕਰ ਲੈਂਦੇ ਉਹ ਨਿੰਦਿਆ ਭਾਈ, ਇਹ ਸਗੋਂ ਸਾਡੀ ਮੈਲ ਖਾਂਦਾ ਹੈ। ਐਸਾ ਬ੍ਰਹਮ ਗਿਆਨੀ ਮਹਾਂਪੁਰਖਾਂ ਦਾ ਸੁਭਾਅ ਹੁੰਦਾ ਹੈ। ਕੌਲ ਫੁੱਲ ਨੂੰ ਕਹਿਣ ਲੱਗੇ ਡੱਡੂ ਦਾ ਤੇ ਜਾਲੇ ਦਾ ਵੀ ਕੋਈ ਦੋਸ਼ ਨਹੀਂ ਹੈ, ਕਿਉਂਕਿ ਕੌਲ ਫੁੱਲ ਨੂੰ ਇਹਨਾਂ ਤੋਂ ਕੋਈ ਵਾਹ ਵਾਸਤਾ ਨਹੀਂ ਹੈ। ਕਮਲ ਦੇ ਫੁੱਲ ਨੂੰ ਪਤਾ ਮੈਂ ਪਾਣੀ ਤੋਂ ਬਾਹਰ ਜਾ ਕੇ ਖਿੜਨਾ ਹੈ, ਇਹ ਜਾਲਾ ਵੀ ਥੱਲੇ ਪਾਣੀ ਵਿੱਚ ਰਹਿ ਜਾਣਾ, ਡੱਡੂ ਵੀ ਪਾਣੀ ਵਿੱਚ ਹੀ ਰਹਿ ਜਾਣਾ, ਮੈਨੂੰ ਇਹਨਾਂ ਦਾ ਕੋਈ ਫਰਕ ਨਹੀਂ ਹੈ। ਕਮਲ ਦੇ ਫੁੱਲ ਨੂੰ ਕੋਈ ਫਰਕ ਨਹੀਂ ਪੈਂਦਾ ਡੱਡੂ ਜਾਲੇ ਦਾ, ਮਹਾਤਮਾ ਨੂੰ ਕੋਈ ਫਰਕ ਨਹੀਂ ਪੈਂਦਾ ਕੋਈ ਨਿੰਦਿਆ ਕਰੇ ਕੋਈ ਉਸਤਤ ਕਰੇ, ਇਹਨਾਂ ਤੋਂ ਗੁਰਮੁਖ ਨਿਰਲੇਪ ਹੋ ਜਾਂਦੇ ਹਨ। ਦਾਦਰ ਤੂੰ ਕਵੇ ਨ ਜਾਣ ਸਰੇ। ਮਹਾਰਾਜ ਕਹਿਣ ਲੱਗੇ ਦਾਦਰ ਨਾਮ ਹੈ ਡੱਡੂ ਦਾ। ਪਾਤਸ਼ਾਹ ਕਹਿਣ ਲੱਗੇ ਡੱਡੂ ਮਨਮੁਖਾ ਤੂੰ ਕਵੇ ਨਾ ਜਾਣ ਸਰੇ, ਤੂੰ ਕੌਲ ਫੁੱਲ ਦੀ ਸਾਰ ਜਾਣ ਹੀ ਨਹੀਂ ਸਕਦਾ।
ਡੱਡੂ ਨੂੰ ਕੀ ਪਤਾ ਵੀ ਕਮਲ ਫੁੱਲ ਦੇ ਵਿੱਚੋਂ ਸੁਗੰਧੀ ਵੀ ਆਉਂਦੀ ਹੈ, ਕਿਉਂਕਿ ਉਹਦਾ ਕੰਮ ਤੇ ਜਾਲਾ ਖਾਣਾ ਹੈ। ਮਹਾਰਾਜ ਕਹਿਣ ਲੱਗੇ ਡੱਡੂ ਦੇ ਵਾਂਗ ਜਿਹੜੇ ਮਨਮੁਖ ਨੇ ਉਹਨਾਂ ਨੂੰ ਗੁਰਮੁਖਾਂ ਦੀ ਸੰਗਤ ਦਾ ਪਤਾ ਹੀ ਨਹੀਂ ਹੈ ਵੀ ਸਾਧੂ ਦੀ ਸੰਗਤ ਵਿੱਚ ਬੈਠ ਕੇ ਕੀ ਮਿਲਦਾ ਹੈ। ਉਹਨਾਂ ਦਾ ਕੰਮ ਨਿੰਦਿਆ ਰੂਪੀ ਜਾਲਾ ਖਾਣਾ ਹੈ। ਮਹਾਰਾਜ ਤੇ ਬਚਨ ਕਰਦੇ ਕਹਿਣ ਲੱਗੇ ਸਾਧੂ ਕੋ ਮਿਲਣਾ ਜਾਈਏ ਸਾਥ ਨਾ ਲੀਜੈ ਕੋਏ, ਪਾਛੈ ਪਾਉ ਨਾ ਦੀਜੀਏ ਆਗੈ ਜੋ ਹੋਏ ਸੋ ਹੋਏ, ਸੰਗਤ ਕਰੀਏ ਸਾਧ ਕੀ ਦਿਨ ਦਿਨ ਦੂਣਾ ਹੇਤ। ਸੋ ਇਹ ਬਚਨ ਮਹਾਰਾਜ ਨੇ ਗੁਰਬਾਣੀ ਵਿੱਚ ਗੁਰਮੁਖਤਾਈ ਵਾਲੇ ਲਿਖੇ ਨੇ। ਗੁਰਮੁਖਾਂ ਨੂੰ ਪਤਾ ਵੀ ਸਾਧੂ ਦੀ ਸੰਗਤ ਦਾ ਫਲ ਕੀ ਹੈ, ਮਨਮੁਖਾਂ ਨੂੰ ਨਹੀਂ ਪਤਾ। ਮਨਮੁਖ ਤੇ ਬੈਠਾ ਸਾਧੂ ਦੇ ਕੋਲ ਵੀ ਨਿੰਦਿਆ ਹੀ ਕਰੇਗਾ। ਚੁਗਲੀ ਵਾਲਾ ਬਚਨ, ਮਾੜਾ ਬਚਨ, ਢੈਂਦੀ ਕਲਾ ਵਾਲਾ ਹੀ ਬਚਨ ਕਰਦਾ ਹੈ, ਕਿਉਂਕਿ ਮਨਮੁਖ ਨੂੰ ਨਹੀਂ ਪਤਾ ਹੈ ਕਿ ਗੁਰਮੁਖ ਦੀ ਸੰਗਤ ਦਾ ਫਲ ਕੀ ਹੈ। ਭਗਤ ਸਿਬਾਲ ਬਸਸ ਨਿਰਮਲ ਜਲ ਅੰਮ੍ਰਿਤ ਨਾ ਲਕਸਰੇ। ਮਹਾਰਾਜ ਬਚਨ ਬਖਸ਼ਿਸ਼ ਕਰਦੇ ਕਹਿਣ ਲੱਗੇ ਨਿਰਮਲ ਜਲ ਵਿੱਚ ਵਸਦਾ ਹੋਇਆ ਸਿਬਾਲ ਕਹੀਏ ਜਾਲਾ, ਉਸ ਨੂੰ ਭਗਸ ਕਹੀਏ ਖਾਂਦਾ ਹੈ ਡੱਡੂ। ਸੋ ਭਗਸ ਸਿਬਾਲ ਸੋ ਬਸਸ ਨਿਰਮਲ ਜਲ। ਸੋ ਨਿਰਮਲ ਜਲ ਦੇ ਵਿੱਚ ਵਸਦਾ ਹੈ ਸਿਬਾਲ ਕਹੀਏ ਜਾਲਾ, ਕਿ ਉਸ ਨੂੰ ਭਗਸ ਕਹੀਏ ਖਾਂਦਾ ਹੈ, ਡੱਡੂ ਖਾਂਦਾ ਹੈ। ਪਰ ਬਚਨ ਇਹ ਹੈ ਅੰਮ੍ਰਿਤ ਨਾ ਲਕਸਰੇ, ਕੌਲ ਫੁੱਲ ਦੇ ਜਿਹੜੀ ਸੁਗੰਧੀ ਰੂਪੀ ਅੰਮ੍ਰਿਤ ਹੈ ਉਸ ਨੂੰ ਕਹਿਣ ਲੱਗੇ ਡੱਡੂ ਨਹੀਂ ਜਾਣਦਾ ਹੈ। ਐਸੀ ਹਾਲਤ ਹੈ। ਮਹਾਰਾਜ ਕਹਿਣ ਲੱਗੇ ਉਹ ਡੱਡੂਆ ਤੇਰੇ ਨਾਲੋਂ ਤੇ ਭੌਰੇ ਚੰਗੇ ਨੇ, ਭੌਰੀਆਂ ਚੰਗੀਆਂ ਨੇ। ਕਿਵੇਂ? ਉਹ ਦੂਰੋਂ ਆਉਂਦੇ ਨੇ, ਨਾ ਉਹ ਡੱਡੂ ਵੱਲ ਵੇਖਦੇ, ਨਾ ਉਹ ਜਾਲੇ ਵੱਲ ਵੇਖਦੇ, ਨਾ ਉਹ ਪਾਣੀ ਵੱਲ ਵੇਖਦੇ। ਉਹ ਤੇ ਕਮਲ ਫੁੱਲ ਦੇ ਉੱਪਰ ਬੈਠ ਕੇ ਮੁਕਰੰਦ ਰਸ ਲੈਂਦੇ, ਸਵਾਦ ਲੈ ਕੇ ਚਲੇ ਜਾਂਦੇ। ਇਸ ਤਰ੍ਹਾਂ ਮਹਾਰਾਜ ਕਹਿਣ ਲੱਗੇ ਜਿਹੜੇ ਗੁਰਮੁਖ ਨੇ ਉਹ ਗੁਰੂ ਦੀ ਸੰਗਤ ਵਿੱਚ ਆ ਕੇ ਆਨੰਦ ਲੈ ਕੇ ਚਲੇ ਜਾਂਦੇ। ਗੁਰਮੁਖੋ ਆਪਾਂ ਇੱਥੇ ਬੈਠੇ ਹਨ, ਸਾਡਾ ਇੱਥੇ ਬੈਠਿਆਂ ਵੀ ਮਨ ਕਰਦਾ ਵੀ ਅਸੀਂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰੀਏ, ਅੰਮ੍ਰਿਤਸਰ ਦੇ ਦਰਸ਼ਨ ਕਰਕੇ ਆਈਏ। ਆਪਾਂ ਰੋਜ਼ ਅਰਦਾਸ ਵੀ ਕਰਦੇ ਹਾਂ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਮੰਗਦੇ ਹਨ। ਇੱਥੇ ਬੈਠੇ ਵੀ ਸਾਡਾ ਧਿਆਨ ਉੱਥੇ ਆ ਵੀ ਮਹਾਰਾਜ ਦੇ ਨਗਰ ਦੇ ਸਤਿਗੁਰਾਂ ਦੇ ਸਥਾਨ ਦੇ ਦਰਸ਼ਨ ਕਰੀਏ। ਪਰ ਕੁਝ ਉਹ ਨੇ ਜਿਹੜੇ ਅੰਮ੍ਰਿਤਸਰ ਦੇ ਵਿੱਚ ਹੀ ਰਹਿੰਦੇ ਹੋਣਗੇ, ਹੋ ਸਕਦਾ ਦਰਬਾਰ ਸਾਹਿਬ ਦੇ ਬਿਲਕੁਲ ਕੋਲ ਹੀ ਰਹਿੰਦੇ ਹੋਣਗੇ, ਪਰ ਉਹ ਕਦੇ ਉੱਠ ਕੇ ਮੱਥਾ ਟੇਕਣਾ ਮੁਨਾਸਬ ਨਹੀਂ ਸਮਝਦੇ, ਕਦੇ ਜਾਣਾ ਠੀਕ ਨਹੀਂ ਸਮਝਦੇ, ਕਦੇ ਸੰਗਤ ਵਿੱਚ ਬੈਠ ਕੇ ਕੀਰਤਨ ਸਰਵਣ ਕਰਨਾ ਉਹਨਾਂ ਨੂੰ ਚੰਗਾ ਨਹੀਂ ਲੱਗੇਗਾ। ਪਾਤਸ਼ਾਹ ਕਹਿਣ ਲੱਗੇ ਇਸ ਤਰ੍ਹਾਂ ਹੈ, ਡੱਡੂ ਕਮਲ ਦੇ ਫੁੱਲ ਦੇ ਕੋਲ ਹੀ ਰਹਿੰਦਾ ਪਰ ਕਦੇ ਸੁਗੰਧੀ ਨਹੀਂ ਲੈਂਦਾ। ਭੌਰਾ ਦੂਰੋਂ ਉੱਡ ਕੇ ਜਾਂਦਾ ਹੈ, ਸੁਗੰਧੀ ਲੈ ਕੇ ਆ ਜਾਂਦਾ ਹੈ। ਭੌਰੇ ਦੇ ਵਾਂਗ ਨੇ ਮਹਾਰਾਜ ਦੇ ਸਿੱਖ ਤੇ ਸਿੱਖਣੀਆਂ, ਦੂਰੋਂ ਬੈਠੇ ਹੋਏ ਹੀ ਗੁਰੂ ਦੇ ਪ੍ਰੇਮ ਦੇ ਵਿੱਚ ਲੀਨ ਰਹਿੰਦੇ, ਨਾਮ ਭਗਤੀ ਦੀ ਸੁਗੰਧੀ ਦਾ ਰਸ ਲੈਂਦੇ ਹਨ। ਬਸ ਜਲ ਨਿਤ ਨਾ ਵਸਤ ਅਲੀਅਲ ਮੇਰ ਚੋ ਚਾਗਣ ਰੇ। ਮਹਾਰਾਜ ਬਚਨ ਬਖਸ਼ਿਸ਼ ਕਰਦੇ ਕਹਿਣ ਲੱਗੇ ਬਸ ਜਲ ਨਿਤ ਨਾ ਵਸਤ ਅਲੀਅਲ, ਹੇ ਡੱਡੂ ਨਿਤਾ ਪ੍ਰਤੀ ਤੂੰ ਜਲ ਦੇ ਵਿੱਚ ਵਸਦਾ ਹੈ। ਬਸ ਜਲ ਨਿਤ, ਡੱਡੂ ਤੂੰ ਰੋਜ਼ ਹੀ ਪਾਣੀ ਵਿੱਚ ਰਹਿੰਦਾ ਹੈ। ਪਰ ਪਾਤਸ਼ਾਹ ਕਹਿਣ ਲੱਗੇ ਨਾ ਵਸਤ ਅਲੀਅਲ, ਵਸਦਾ ਪਾਣੀ ਵਿੱਚ ਹੀ ਹੈ। ਅਲੀਅਲ ਭੌਰੇ ਅਤੇ ਭੌਰੀਆਂ ਪਾਣੀ ਵਿੱਚ ਨਹੀਂ ਰਹਿੰਦੇ। ਮੇਰ ਚਚਾ ਗੁਣ ਰੇ। ਮਹਾਰਾਜ ਕਹਿਣ ਲੱਗੇ ਮੇਰ ਤੋਂ ਭਾਵ ਹੈ ਉੱਪਰੋਂ, ਤੇ ਇੱਕ ਚਾਹ ਤੋਂ ਭਾਵ ਲੈ ਲੈਣਾ ਗੁਰਮੁਖੋ ਕਮਲ ਦਾ ਫੁੱਲ, ਤੇ ਦੂਜੇ ਚਾਹ ਤੋਂ ਭਾਵ ਲੈ ਲੈਣਾ ਹੈ ਉਸ ਦੀ ਸੁਗੰਧੀ ਲੈਣੀ, ਉਸ ਨੂੰ ਚੁੰਘਣਾ। ਮਹਾਰਾਜ ਕਹਿੰਦੇ ਵੇਖ ਡੱਡੂਆ ਤੂੰ ਕਮਲ ਦੀ ਫੁੱਲ ਦੇ ਨਾਲ ਹੀ ਬੈਠਾ ਹੋਇਆ, ਪਰ ਤੂੰ ਜਾਲਾ ਖਾਧਾ, ਸੁਗੰਧੀ ਨਹੀਂ ਲਈ ਹੈ। ਦੂਜੇ ਪਾਸੇ ਭੌਰੇ ਜਿਹੜੇ ਨੇ ਉਹ ਦੂਰੋਂ ਉੱਡ ਕੇ ਆਉਂਦੇ, ਕਮਲ ਦੇ ਫੁੱਲ ਦੇ ਉੱਪਰ ਬੈਠ ਕੇ ਉਹਦੀ ਸੁਗੰਧੀ ਦੇ ਆਨੰਦ ਨੂੰ ਪ੍ਰਾਪਤ ਕਰਦੇ ਨੇ। ਐਸੀ ਦਾਤ ਉਹਨਾਂ ਨੂੰ ਮਿਲਦੀ ਹੈ। ਸੋ ਪਾਤਸ਼ਾਹ ਕਹਿਣ ਲੱਗੇ ਡੱਡੂ ਜਲ ਵਿੱਚ ਰਹਿ ਕੇ ਵੀ ਸੁਗੰਧੀ ਨਹੀਂ ਲੈਂਦਾ, ਭੌਰੇ ਭੌਰੀਆਂ ਉੱਪਰੋਂ ਆ ਕੇ ਪਾਸਿਓਂ ਆ ਕੇ ਸੁਗੰਧੀ ਲੈ ਕੇ ਚਲੇ ਜਾਂਦੇ। ਇਸ ਦਾ ਕਾਰਨ ਕੀ ਹੈ? ਕਾਰਨ ਦੱਸਣ ਵਾਸਤੇ ਮਹਾਰਾਜ ਇੱਕ ਹੋਰ ਉਦਾਹਰਨ ਦਿੰਦੇ ਹਨ। ਚੰਦ ਕੁਮੁਦਨੀ ਦੂਰੋਂ ਨਿਵਸਸ। ਮਹਾਰਾਜ ਕਹਿਣ ਲੱਗੇ ਭਾਈ ਚੰਦਰਮਾ ਵੇਖੋ ਆਕਾਸ਼ ਦੇ ਵਿੱਚ ਚੜ੍ਹਿਆ ਹੈ, ਤੇ ਕੁਮਦਨੀ ਤੋਂ ਭਾਵ ਹੁੰਦਾ ਗੁਰਮੁਖੋ ਕਵੀਆਂ। ਕਵੀਆਂ ਜਿਹੜੀਆਂ ਨੇ ਛੋਟੇ ਛੋਟੇ ਫੁੱਲ ਹੁੰਦੇ ਨੇ, ਕਵੀਆਂ ਦੇ ਫੁੱਲ। ਇਹ ਕਵੀਆਂ ਰਾਤ ਨੂੰ ਖਿੜਦੀਆਂ, ਸਵੇਰੇ ਨਹੀਂ ਖਿੜਦੀਆਂ। ਡੂੰਘੇ ਟੋਇਆਂ ਦੇ ਵਿੱਚ, ਤਲਾਬਾਂ ਦੇ ਵਿੱਚ ਨਿੱਕੇ ਨਿੱਕੇ ਫੁੱਲ ਹੁੰਦੇ। ਮਹਾਰਾਜ ਕਹਿੰਦੇ ਵੇਖੋ ਦਿਲ ਦਾ ਕਿੰਨਾ ਪਿਆਰ ਹੈ ਕਿ ਚੰਦਰਮਾ ਤੇ ਆਕਾਸ਼ ਦੇ ਵਿੱਚ ਚੜ੍ਹਿਆ ਹੈ, ਤੇ ਜਿਹੜੀਆਂ ਕਵੀਆਂ ਨੇ ਉਹ ਥੱਲੇ ਟੋਏ ਦੇ ਵਿੱਚ ਧਰਤੀ ਤੇ ਨੇ। ਪਰ ਜਦੋਂ ਉਹ ਕਵੀਆਂ ਚੰਦਰਮਾ ਨੂੰ ਵੇਖ ਲੈਂਦੀਆਂ
ਉਸੇ ਵੇਲੇ ਖਿੜ ਜਾਂਦੀਆਂ। ਕਿਉਂ ਖਿੜ ਜਾਂਦੀਆਂ? ਕਿਉਂਕਿ ਉਹਨਾਂ ਕਵੀਆਂ ਦਾ ਪਿਆਰ ਹੈ ਚੰਦਰਮਾ ਦੇ ਨਾਲ, ਇਹ ਉਹਨਾਂ ਦੇ ਪ੍ਰੇਮ ਦੀ ਨਿਸ਼ਾਨੀ ਹੈ। ਭਾਵੇਂ ਕੋਲ ਨਹੀਂ ਚੰਦਰਮਾ ਦੇ ਕਵੀਆਂ, ਪਰ ਕਵੀਆਂ ਵੇਖ ਕੇ ਖਿੜ ਜਾਂਦੀਆਂ। ਐਸੇ ਤਰ੍ਹਾਂ ਇਹ ਇੱਕ ਉਦਾਹਰਨ ਮਹਾਰਾਜ ਸਾਹਿਬ ਜੀ ਦਿੰਦੇ ਪਏ। ਕਹਿੰਦੇ ਗੁਰਮੁਖੋ ਇਸੇ ਤਰ੍ਹਾਂ ਤਾਤਪਰ ਇਹਦਾ ਇਹ ਹੈ, ਸਿਧਾਂਤ ਇਹ ਹੈ ਕਿ ਜਿਹੜੇ ਗੁਰਮੁਖ ਨੇ ਭਾਵੇਂ ਉਹ ਗੁਰੂ ਦੇ ਕੋਲੋਂ ਦੂਰ ਹੀ ਰਹਿੰਦੇ ਨੇ, ਗੁਰੂ ਉਹਨਾਂ ਦੇ ਕੋਲੋਂ ਦੂਰ ਹੈ, ਪਰ ਕਹਿਣ ਲੱਗੇ ਫਿਰ ਵੀ ਚੰਦਰਮਾ ਕਵੀਆਂ ਤੋਂ ਦੂਰ ਰਹਿੰਦਾ ਹੈ, ਪਰ ਕਵੀਆਂ ਪ੍ਰੇਮ ਦੇ ਨਾਲ ਖਿੜ ਜਾਂਦੀਆਂ। ਗੁਰੂ ਕਾ ਸਿੱਖ ਗੁਰੂ ਤੋਂ ਦੂਰ ਰਹਿੰਦਾ ਹੈ, ਪਰ ਪ੍ਰੇਮ ਦੇ ਨਾਲ ਗੁਰੂ ਦੇ ਦਰਸ਼ਨਾਂ ਦੀ ਤਾਂਘ ਹੀ ਉਹਦੇ ਮਨ ਨੂੰ ਹਰ ਵੇਲੇ ਪ੍ਰਸੰਨ ਰੱਖਦੀ ਹੈ। ਹਰ ਵੇਲੇ ਆਪਣੇ ਗੁਰੂ ਦਾ ਦਿਦਾਰਾ ਉਹ ਚਾਹੁੰਦਾ ਰਹਿੰਦਾ ਹੈ। ਧੰਨ ਗੁਰੂ ਪਾਤਸ਼ਾਹ ਭਾਈ ਜੇਠਾ ਜੀ ਦੇ ਰੂਪ ਦੇ ਵਿੱਚ ਮਹਾਰਾਜ ਸਾਹਿਬ ਜੀ ਦੇ ਕੋਲ ਆਗਿਆ ਲਈ ਮਹਾਰਾਜ ਹੁਕਮ ਹੋਵੇ ਤੇ ਨਗਰ ਜਾ ਆਈਏ। ਗੁਰੂ ਅਮਰਦਾਸ ਪਾਤਸ਼ਾਹ ਨੇ ਆਗਿਆ ਦਿੱਤੀ ਹੈ। ਭਾਈ ਜੇਠਾ ਜੀ ਆਪਣੇ ਨਗਰ ਲਾਹੌਰ ਚਲੇ ਗਏ। ਲਾਹੌਰ ਦੇ ਵਿੱਚ ਕੋਈ ਸਮਾਂ ਬਤੀਤ ਕੀਤਾ। ਜਦੋਂ ਆਉਣ ਲੱਗੇ ਨਾ ਤੇ ਬਾਜ਼ਾਰ ਦੇ ਵਿੱਚ ਬੜੇ ਸੋਹਣੇ ਅੰਬ ਕਿਸੇ ਵਪਾਰੀ ਨੇ ਲਿਆ ਕੇ ਰੱਖੇ ਤੇ ਭਾਈ ਜੇਠਾ ਜੀ ਦੀ ਨਜ਼ਰ ਪਈ। ਮਨ ਵਿੱਚ ਸੋਚਦੇ ਨੇ ਮੇਰੇ ਸ਼ਹਿਰ ਦੇ ਵਿੱਚ ਇੰਨਾ ਮਿੱਠਾ ਫਲ ਆਇਆ ਹੈ, ਇਹ ਕਿਉਂ ਨਾ ਹੋਵੇ ਮੈਂ ਇਹ ਫਲ ਖਰੀਦ ਕੇ ਤੇ ਮਹਾਰਾਜ ਨੂੰ ਜਾ ਕੇ ਛਕਾਵਾਂ। ਮਹਾਰਾਜ ਨੇ ਪੁੱਛਣਾ ਤੂੰ ਨਗਰੋਂ ਆਇਆ, ਕੀ ਲੈ ਕੇ ਆਇਆ ਹੈ? ਬੜਾ ਹੀ ਸੋਹਣਾ ਗੁਰਮੁਖੋ ਅੰਬ ਦਾ ਫਲ ਉਸ ਵੇਲੇ ਖਰੀਦਿਆ। ਗਰਮੀ ਦਾ ਦਿਹਾੜਾ, ਫਲ ਪੱਕਿਆ ਹੋਇਆ। ਲੈ ਕੇ ਲਾਹੌਰ ਤੋਂ ਚੱਲ ਪਏ ਗੋਇੰਦਵਾਲ ਨੂੰ ਮਹਾਰਾਜ ਨੂੰ ਛਕਾਉਣ ਵਾਸਤੇ। ਗਰਮੀ ਹੋਣ ਕਰਕੇ ਕੁਝ ਹੱਥਾਂ ਦੀ ਗਰਮੀ ਦੇ ਨਾਲ ਫਲ ਪੱਕਿਆ ਹੋਇਆ ਰਸਤੇ ਵਿੱਚ ਹੀ ਫਿਸਣਾ ਸ਼ੁਰੂ ਹੋ ਗਿਆ। ਮਨ ਵਿੱਚ ਸੋਚਦੇ ਪਏ ਭਾਈ ਜੇਠਾ ਜੀ ਜਿੰਨੇ ਚਿਰ ਨੂੰ ਮੈਂ ਗੋਇੰਦਵਾਲ ਪਹੁੰਚਣਾ ਹੈ ਇਹ ਫਲ ਤੇ ਬਿਲਕੁਲ ਖਰਾਬ ਹੀ ਹੋ ਜਾਣਾ ਹੈ, ਪਰ ਮੈਂ ਤੇ ਮਹਾਰਾਜ ਸਾਹਿਬ ਜੀਆਂ ਨੂੰ ਭੇਟ ਕਰਨਾ ਸੀ। ਉਸ ਵੇਲੇ ਜਿੱਥੇ ਵੀ ਰਸਤੇ ਵਿੱਚ ਰੁਕੇ ਨਾ ਅਰਦਾਸ ਕੀਤੀ, ਕਹਿਣ ਲੱਗੇ ਮਹਾਰਾਜ ਇਹ ਫਲ ਤੇ ਤੁਹਾਡੇ ਵਾਸਤੇ ਲਿਆਂਦਾ ਛਕਣ ਵਾਸਤੇ, ਪਰ ਗਰਮੀ ਹੋਣ ਕਰਕੇ ਇਹ ਫਲ ਜਿਹੜਾ ਫਿਸਦਾ ਜਾਂਦਾ, ਇਹਦਾ ਰਸ ਚੁੰਦਾ ਪਿਆ ਹੈ, ਆਪ ਇੱਥੋਂ ਹੀ ਮਹਾਰਾਜ ਅੰਗੀਕਾਰ ਕਰ ਲਵੋ। ਇਸ ਤਰ੍ਹਾਂ ਅਰਦਾਸ ਕਰਕੇ ਉਹ ਫਲ ਭਾਈ ਜੇਠਾ ਜੀ ਨੇ ਆਪ ਹੀ ਛਕ ਲਿਆ। ਉੱਥੇ ਬੈਠ ਕੇ ਆਪ ਹੀ ਅੰਬ ਛਕਣ ਲੱਗ ਪਏ। ਕਦੇ ਉਸ ਦਾ ਛਿਲਕਾ, ਕਦੇ ਉਸ ਦੀ ਗਿੜਕ ਨੂੰ ਚੂਸਦੇ ਪਏ। ਇੱਧਰ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਸਾਹਿਬ ਜੀ ਬੈਠੇ ਹੋਏ। ਇਸ ਤਰ੍ਹਾਂ ਮਹਾਰਾਜ ਸਾਹਿਬ ਜੀ ਉਸ ਵੇਲੇ ਭਾਣਾ ਵਰਤਾਉਂਦੇ ਪਏ। ਵੇਖਣ ਨੂੰ ਇਸ ਤਰ੍ਹਾਂ ਲੱਗੇ ਜਿਵੇਂ ਮਹਾਰਾਜ ਕੁਝ ਛਕਦੇ ਪਏ ਨੇ। ਮਹਾਰਾਜ ਸਾਹਿਬ ਜੀ ਉਸੇ ਤਰ੍ਹਾਂ ਹੀ ਹੱਥ ਵਿੱਚ ਗਿੜਕ ਫੜ ਲੈਂਦੇ, ਉਸੇ ਤਰ੍ਹਾਂ ਹੀ ਗਿੜਕ ਨੂੰ ਚੂਸਣ ਲੱਗ ਪੈਂਦੇ। ਸਿੱਖ ਵੇਖ ਕੇ ਬੜੇ ਹੈਰਾਨ ਨੇ ਵੀ ਮਹਾਰਾਜ ਨੇ ਹੱਥਾਂ ਵਿੱਚ ਤੇ ਫੜਿਆ ਹੀ ਕੁਝ ਨਹੀਂ ਹੈ, ਪਰ ਇਸ ਤਰ੍ਹਾਂ ਲੱਗਦਾ ਪਿਆ ਜਿਵੇਂ ਕੋਈ ਪਦਾਰਥ ਛਕਦੇ ਪਏ। ਜਦੋਂ ਛਕਣ ਤੋਂ ਬਾਅਦ ਵਿੱਚ ਭਾਈ ਜੇਠਾ ਜੀ ਨੇ ਅਰਦਾਸ ਬੇਨਤੀ ਕਰਕੇ ਮਹਾਰਾਜ ਸਾਹਿਬ ਜੀਆਂ ਦੇ ਕੋਲ ਆਏ। ਆ ਕੇ ਬੇਨਤੀ ਕਰਦੇ, ਮਹਾਰਾਜ ਨੇ ਵੈਸੇ ਹੀ ਪੁੱਛ ਲਿਆ। ਕਹਿਣ ਲੱਗੇ ਭਾਈ ਜੇਠਾ ਜੀ ਨਗਰ ਤੋਂ ਆਏ, ਕੀ ਲਿਆਂਦਾ ਸਾਡੇ ਵਾਸਤੇ? ਬਚਨ ਕੀਤਾ, ਕਹਿੰਦੇ ਮਹਾਰਾਜ ਤੁਹਾਡੇ ਵਾਸਤੇ ਫਲ ਖਰੀਦਿਆ ਸੀਗਾ ਅੰਬ ਦਾ, ਪਰ ਗਰਮੀ ਹੋਣ ਕਰਕੇ ਉਹ ਫਲ ਰਸਤੇ ਵਿੱਚ ਹੀ ਮਹਾਰਾਜ ਦਾ ਰਸ ਚੋਣ ਲੱਗ ਪਿਆ। ਮੈਂ ਅਰਦਾਸ ਕੀਤੀ ਮਹਾਰਾਜ ਸਾਹਿਬ ਜੀ ਇੱਥੋਂ ਹੀ ਇਹ ਫਲ ਜਿਹੜਾ ਆਪ ਪ੍ਰਵਾਨ ਕਰੋ, ਤੇ ਪਾਤਸ਼ਾਹ ਅਰਦਾਸ ਕਰਕੇ ਉਹ ਫਲ ਮੈਂ ਆਪ ਛਕ ਲਿਆ ਹੈ। ਤੇ ਉਸ ਵੇਲੇ ਬਚਨ ਸੁਣ ਕੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਕਹਿਣ ਲੱਗੇ ਭਾਈ ਜੇਠਾ ਜੀ ਉਹ ਤੁਹਾਡਾ ਫਲ ਸਾਡੇ ਤੱਕ ਪਹੁੰਚ ਗਿਆ ਹੈ, ਉਹ ਤੁਹਾਡਾ ਫਲ ਅਸੀਂ ਛਕ ਲਿਆ ਹੈ। ਉਸ ਵੇਲੇ ਬਚਨ ਕੀਤਾ ਸੇਵਾਦਾਰ ਨੂੰ, ਕਹਿੰਦੇ ਜਾਓ ਭਾਈ ਇਸ ਨੂੰ ਲਿਆ ਕੇ ਗਿੜਕ ਵਿਖਾ ਦਿਓ, ਉਹਦੀ ਮਨ ਦੀ ਤਸੱਲੀ ਹੋ ਜਾਵੇ। ਗਿੜਕ ਲਿਆ ਕੇ ਵਿਖਾਈ, ਕਹਿਣ ਲੱਗਿਆ ਫਲ ਤੇਰਾ ਛਕਿਆ ਹੋਇਆ, ਇਸ ਨੂੰ ਅਸੀਂ ਛਕ ਲਿਆ ਹੈ। ਸੋ ਇਸ ਤਰ੍ਹਾਂ ਹੋਇਆ ਕਰਦੇ ਗੁਰਮੁਖ, ਜਿਵੇਂ ਕਵੀਆਂ ਜਿਹੜੀਆਂ ਨੇ ਚੰਦਰਮਾ ਤੋਂ ਦੂਰ ਰਹਿ ਕੇ ਵੀ ਚੰਦਰਮਾ ਦਾ ਪ੍ਰੇਮ ਰੱਖ ਕੇ ਖਿੜ ਜਾਂਦੀਆਂ। ਗੁਰੂ ਕਾ ਸਿੱਖ ਗੁਰੂ ਤੋਂ ਦੂਰ ਹੋ ਕੇ ਵੀ ਜਦੋਂ ਗੁਰੂ ਦੇ ਅੱਗੇ ਅਰਦਾਸ ਕਰਦਾ ਹੈ, ਸਿੱਖ ਦੀ ਭੇਟਾ ਗੁਰੂ ਤੱਕ ਪ੍ਰਵਾਨ ਹੋ ਜਾਂਦੀ ਹੈ। ਅਤੇ ਗੁਰੂ ਆਪਣੇ ਸਿੱਖ ਨਾਲ ਇੰਨਾ ਪਿਆਰ ਕਰਦਾ ਹੈ ਕਿ ਸਿੱਖ ਦੀ ਭੇਟਾ ਦੂਰੋਂ ਹੀ ਮਹਾਰਾਜ ਪ੍ਰਵਾਨ ਕਰ ਲੈਂਦੇ, ਉਸ ਦਾ ਫਲ ਛਕ ਲੈਂਦੇ। ਐਸੀ ਬਖਸ਼ਿਸ਼ ਮਹਾਰਾਜ ਕਰਦੇ ਹਨ। ਚੰਦ ਕਮੁਦਨੇ ਦੂਰੋਂ ਨਿਵਸਸ ਅਨਪਉ ਕਾਰਨ ਰੇ। ਮਹਾਰਾਜ ਨੂੰ ਪੁੱਛਿਆ ਸਤਿਗੁਰੂ ਕਾਰਨ ਕੀ ਹੈ, ਇਹ ਖਿੜ ਕਿਉਂ ਜਾਂਦੀ ਹੈ? ਪਾਤਸ਼ਾਹ ਕਹਿਣ ਲੱਗੇ ਕਵੀਆਂ ਦੇ ਚੰਦਰਮਾ ਨੂੰ ਵੇਖ ਕੇ ਖਿੜਨ ਦਾ ਕਾਰਨ ਗੁਰਮੁਖਾ ਪ੍ਰੇਮ ਹੀ ਹੈ। ਇੱਕ ਪ੍ਰੇਮ ਹੈ ਜਿਹੜਾ ਕਵੀਆਂ ਨੂੰ ਖੜਾ ਦਿੰਦਾ ਹੈ, ਇੱਕ ਸਿੱਖ ਦਾ ਪ੍ਰੇਮ ਹੀ ਹੈ ਜਿਹੜਾ ਗੁਰੂ ਦੇ ਨਾਲ ਜੋੜ ਦਿੰਦਾ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਐਸੀ ਦਾਤ ਮਿਲਦੀ ਹੈ। ਜਦੋਂ ਇਹ ਬਚਨ ਸੁਣੇ ਤੇ ਕਹਿਣ ਲੱਗੇ ਵੀ ਉਸ ਵੇਲੇ ਜਿਹੜਾ ਸਾਲਸਰਾ ਹੈ ਨਾ ਜੌਹਰੀ, ਇਹਦੇ ਮਨ ਦੇ ਵਿੱਚ ਮਹਾਰਾਜ ਦੇ ਪ੍ਰਤੀ ਉਸ ਵੇਲੇ
ਸ਼ਰਧਾ ਜਿਹੜੀ ਹੈ ਪ੍ਰਾਪਤ ਹੋ ਰਹੀ ਹੈ ਵੀ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਬਚਨਾਂ ਨੇ ਇਸ ਦੇ ਮਨ ਵਿੱਚ ਸ਼ਰਧਾ ਪ੍ਰੇਮ ਭਾਵਨਾ ਨੂੰ ਪੈਦਾ ਕਰਨ ਵਾਸਤੇ ਬਚਨ ਬਖਸ਼ੇ ਹਨ। ਅੰਮ੍ਰਿਤ ਖੰਡ ਦੂਧ ਮਧ ਸੰਚਸ ਤੂਬ ਨਾ ਚਾਤਰੇ। ਮਹਾਰਾਜ ਅਗਲੇ ਬਚਨ ਵਿੱਚ ਕਹਿਣ ਲੱਗੇ ਮਨਮੁਖਾਂ ਦਾ ਸੁਭਾਅ ਜਿਹੜਾ ਹੈ ਨਾ ਕੌੜ ਤੁਮੇ ਵਰਗਾ ਹੁੰਦਾ ਹੈ। ਕੌੜ ਤੁਮੇ ਦਾ ਸੁਭਾਅ ਕੀ ਹੈ ਕਿ ਕੌੜ ਤੁਮੇ ਦੇ ਵਿੱਚ ਭਾਵੇਂ ਤੁਸੀਂ ਖੰਡ ਪਾ ਦਿਓ, ਕੌੜ ਤੁਮੇ ਦੇ ਵਿੱਚ ਤੁਸੀਂ ਅੰਮ੍ਰਿਤ ਵੀ ਪਾ ਦਿੱਤਾ ਹੈ, ਕੌੜ ਤੁਮੇ ਦੇ ਵਿੱਚ ਤੁਸੀਂ ਦੁੱਧ ਵੀ ਪਾ ਦਿੱਤਾ ਹੈ, ਮਦ ਨਾਮ ਸ਼ਹਿਦ ਦਾ ਹੈ, ਸ਼ਹਿਦ ਵੀ ਪਾ ਦਿੱਤਾ ਹੈ, ਇਹ ਸਾਰੀਆਂ ਮਿੱਠੀਆਂ ਚੀਜ਼ਾਂ ਕੌੜ ਤੁਮੇ ਵਿੱਚ ਪਾਈਆਂ, ਪਰ ਪਾਤਸ਼ਾਹ ਕਹਿਣ ਲੱਗੇ ਤੂਬ ਨਾ ਚਾਤੁਰ ਰੇ। ਉਹ ਜਿਹੜਾ ਸੋ ਕਹਿ ਲਈਏ ਕਿ ਤੁੰਬਾ ਹੈ, ਮਹਾਰਾਜ ਕਹਿਣ ਲੱਗੂ ਜਿਹੜਾ ਕੌੜ ਤੁੰਬਾ ਹੈ ਉਹਦੀ ਹਾਲਤ ਕੀ ਬਣੀ ਹੈ, ਨਾ ਚਾ ਅਤਰ ਰੇ। ਮਹਾਰਾਜ ਕਹਿਣ ਲੱਗੇ ਅਤਰ ਵਰਗਾ ਫਿਰ ਵੀ ਮਿੱਠਾ ਨਹੀਂ ਹੋਇਆ, ਜਾਂ ਅਤਰ ਵਰਗਾ ਫਿਰ ਵੀ ਸੁਗੰਧੀ ਵਾਲਾ ਨਹੀਂ ਹੋਇਆ ਹੈ। ਸੋ ਕਹਿਣ ਲੱਗੇ ਕੌੜ ਤੁਮੇ ਵਿੱਚ ਖੰਡ ਵੀ ਪਾਈ ਹੈ, ਅੰਮ੍ਰਿਤ ਵੀ ਪਾਇਆ, ਸ਼ਹਿਦ ਵੀ ਪਾ ਦਿੱਤਾ ਹੈ, ਇਹ ਸਾਰੀਆਂ ਵਸਤੂਆਂ, ਦੁੱਧ ਵੀ ਪਾ ਦਿੱਤਾ ਹੈ, ਕੁਝ ਸਮਾਂ ਪਾ ਕੇ ਰੱਖਿਆ ਕਿ ਚਲੋ ਹੁਣ ਕੌੜ ਤੁਮਾ ਮਿੱਠਾ ਹੋ ਜਾਏਗਾ। ਮਹਾਰਾਜ ਕਹਿਣ ਲੱਗੇ ਨਹੀਂ, ਉਹ ਜਿਹੜਾ ਕੌੜ ਤੁਮਾ ਨਾ ਚਾਹ ਤੋਂ ਭਾਵ ਹੈ ਫਿਰ ਤੇ ਅੱਗੇ ਅਤਰ ਦੇ ਵਾਂਗ ਇਹ ਸੁਗੰਧੀ ਵਾਲਾ ਨਹੀਂ ਹੋਇਆ, ਮਿੱਠਾ ਫਿਰ ਵੀ ਨਹੀਂ ਹੋਇਆ, ਉਹਨੇ ਆਪਣਾ ਸੁਭਾਅ ਛੱਡਿਆ ਨਹੀਂ। ਕਬੀਰ ਸਾਹਿਬ ਜੀ ਕਹਿੰਦੇ ਲੌਕੀ 68 ਤੀਰਥ ਨਹਾਈ ਕੌਰਾ ਪੰਨ ਤਊ ਨਾ ਜਾਏ। ਕਬੀਰ ਸਾਹਿਬ ਜੀ ਦੇ ਕੋਲ ਕੁਝ ਸਾਧੂ ਆ ਗਏ ਨਾ, ਕਹਿੰਦੇ ਜੀ ਅਸੀਂ 68 ਤੀਰਥਾਂ ਦਾ ਇਸ਼ਨਾਨ ਕਰਨ ਚੱਲੇ, ਕਬੀਰ ਜੀ ਨਾਲ ਹੀ ਚੱਲੋ। ਕਬੀਰ ਸਾਹਿਬ ਕਹਿੰਦੇ ਮੈਂ ਤਾਂ ਨਹੀਂ ਭਈ ਜਾ ਸਕਦਾ, ਪਰ ਮੇਰਾ ਇੱਕ ਫਲ ਹੈ, ਇਹਦਾ ਇਸ਼ਨਾਨ ਕਰਾ ਦਿਓ ਜਦੋਂ ਜਾਓਗੇ। ਕਹਿਣ ਲੱਗੇ ਠੀਕ ਹੈ। ਕੌੜ ਤੁਮੇ ਦਾ ਫਲ ਕਬੀਰ ਸਾਹਿਬ ਜੀ ਨੇ ਦਿੱਤਾ। ਇਹ ਸਾਧੂ ਜਿੱਥੇ ਜਿੱਥੇ ਜਾ ਕੇ ਤੀਰਥਾਂ 'ਤੇ ਇਸ਼ਨਾਨ ਕਰਿਆ ਕਰਨ, ਉੱਥੇ ਉਹ ਕੌੜ ਤੁਮੇ ਦਾ ਇਸ਼ਨਾਨ ਵੀ ਕਰਾ ਦਿਆ ਕਰਨ। ਅਤੇ ਕੌੜ ਤੁਮੇ ਦਾ ਇਸ਼ਨਾਨ ਕਰਾ ਕੇ 68 ਤੀਰਥਾਂ ਦੀ ਯਾਤਰਾ ਕਰਕੇ ਜਦੋਂ ਵਾਪਸ ਆਏ ਨਾ ਕਬੀਰ ਸਾਹਿਬ ਜੀ ਨੂੰ ਕੌੜ ਤੁਮਾ ਦੇਣ ਵਾਸਤੇ, ਕਹਿੰਦੇ ਬੈਠੋ ਭਾਈ ਭੋਜਨ ਪ੍ਰਸ਼ਾਦਾ ਛਕੋ। ਥਾਲਿਆਂ ਵਿੱਚ ਭੋਜਨ ਪ੍ਰਸ਼ਾਦਾ ਪਾਇਆ ਛਕਾਉਣ ਵਾਸਤੇ, ਥੋੜ੍ਹਾ ਥੋੜ੍ਹਾ ਉਹ ਕੌੜ ਤੁਮਾ ਕੱਟ ਕੇ ਵੀ ਦੇ ਦਿੱਤਾ ਨਾਲ ਪ੍ਰਸ਼ਾਦਾ ਛਕਣ ਤੋਂ। ਜਦੋਂ ਪ੍ਰਸ਼ਾਦਾ ਛਕ ਕੇ ਉਹਨਾਂ ਸਾਧੂਆਂ ਨੇ ਸਮਝਿਆ ਵੀ ਇਹ ਕੋਈ ਫਲ ਹੈ, ਮੂੰਹ ਦੇ ਵਿੱਚ ਪਾਇਆ ਅਤੇ ਕੌੜਾ ਥੂ ਥੂ ਕਰਨ ਲੱਗ ਪਏ। ਕਹਿਣ ਲੱਗੇ ਕਬੀਰ ਸਾਹਿਬ ਬੜਾ ਡਾਢਾ ਮਖੌਲ ਕੀਤਾ ਹੈ, ਸੋਹਣਾ ਪ੍ਰਸ਼ਾਦਾ ਛਕਾ ਕੇ ਕੌੜਾ ਕੌੜ ਤੁਮਾ ਖਵਾ ਦਿੱਤਾ। ਉਸ ਵੇਲੇ ਕਬੀਰ ਸਾਹਿਬ ਜੀ ਕਹਿੰਦੇ ਭਾਈ ਅਸੀਂ ਤਾਂ ਸੋਚਿਆ ਵੀ ਇਹ 68 ਤੀਰਥਾਂ ਦਾ ਇਸ਼ਨਾਨ ਕਰ ਰਿਹਾ, ਮਿੱਠਾ ਹੋ ਗਿਆ ਹੋਵੇਗਾ, ਪਰ ਸਾਨੂੰ ਕੀ ਪਤਾ ਵੀ ਇਸ਼ਨਾਨ ਇਹਨੇ ਬਾਹਰੋਂ ਕੀਤਾ, ਅੰਦਰੋਂ ਤਾਂ ਉਸੇ ਤਰ੍ਹਾਂ ਹੀ ਕੌੜਾ ਹੈ। ਸਮਝਾ ਦਿੱਤਾ। ਕਹਿਣ ਲੱਗੇ ਬੰਦਿਆ ਇਸ਼ਨਾਨ ਤੇ ਤੂੰ ਵੀ ਬਾਹਰੋਂ ਹੀ ਕਰਦਾ ਹੈ, ਪਰ ਅੰਦਰ ਤੇਰੇ ਵੀ ਇਹ ਕੌੜ ਤੁਮੇ ਵਾਲੀ ਕੁੜੱਤਣ ਹੀ ਹੈ। ਨਾ ਨਿੰਦਿਆ ਛੱਡੀ, ਨਾ ਚੁਗਲੀ ਛੱਡੀ, ਨਾ ਕਾਮ ਕ੍ਰੋਧ ਲੋਭ ਮੋਹ ਛੱਡਿਆ, ਕੱਲਾ ਪਾਣੀਆਂ ਵਿੱਚ ਟੁੱਬੀਆਂ ਲਾਉਣ ਦਾ ਕੀ ਲਾਭ ਹੋਇਆ? ਸੋ ਕੋਈ ਲਾਭ ਨਹੀਂ ਹੋਇਆ। ਪਾਤਸ਼ਾਹ ਕਹਿਣ ਲੱਗੇ ਭਾਈ ਕੌੜ ਤੁਮੇ ਵਾਲਾ ਸੁਭਾਅ ਮਨਮੁਖਾਂ ਦਾ ਹੁੰਦਾ ਹੈ, ਸੋ ਉਹ ਕਿਤੇ ਵੀ ਰਹਿ ਲੈਣ ਪਰ ਕਦੇ ਵੀ ਆਪਣਾ ਸੁਭਾਅ ਛੱਡਦੇ ਨਹੀਂ ਹਨ। ਆਪਣਾ ਆਪ ਨਾ ਕਬਹੂ ਨਾ ਛੋੜਸ। ਮਹਾਰਾਜ ਕਹਿਣ ਲੱਗੇ ਸਾਲਸਰਾਏ ਜੌਹਰੀ ਤੂੰ ਵੀ ਆਪਣਾ ਆਪ ਨਹੀਂ ਛੱਡਦਾ, ਕਦੇ ਆਪਣੇ ਸੁਭਾਅ ਨੂੰ ਛੱਡਦਾ ਨਹੀਂ ਹੈ। ਕਿਵੇਂ ਸੁਭਾਅ ਨਹੀਂ ਛੱਡਦਾ? ਬਖਸ਼ਿਸ਼ ਕਰਦੇ ਹਨ। ਪਿਸਨ ਪ੍ਰੀਤ ਜਿਉਰੇ। ਸੋ ਗੁਰਮੁਖੋ ਪਿਸਨ ਨਾਮ ਹੈ ਚਿੱਚੜ ਦਾ। ਕਹਿਣ ਲੱਗੇ ਚਿੱਚੜ ਜਿਹੜਾ ਹੈ ਨਾ ਉਹ ਮੱਝ ਦੇ ਦੁੱਧ ਦੇ ਥਣਾਂ ਦੇ ਨਾਲ ਹੀ ਲੱਗਾ ਹੁੰਦਾ ਹੈ। ਹੁਣ ਥਣਾਂ ਵਿੱਚੋਂ ਦੁੱਧ ਨਿਕਲਦਾ ਹੈ, ਪਰ ਚਿੱਚੜ ਨੇ ਕਦੇ ਇਹ ਨਹੀਂ ਸੋਚਿਆ ਵੀ ਮੈਂ ਦੁੱਧ ਪੀ ਲਵਾਂ। ਚਿੱਚੜ ਕੀ ਕਰਦਾ ਹੈ? ਉਹ ਥਣਾਂ ਦੇ ਵਿੱਚੋਂ ਵੀ ਲਹੂ ਹੀ ਪੀਂਦਾ ਹੈ। ਚਿੱਚੜ ਦਾ ਸੁਭਾਅ ਹੀ ਹੈ ਲਹੂ ਪੀਣਾ, ਭਾਵੇਂ ਉਹ ਦੁੱਧ ਵਾਲੇ ਥਣਾਂ ਦੇ ਨਾਲ ਹੀ ਹੈ, ਪਰ ਦੁੱਧ ਨਹੀਂ ਪੀਤਾ। ਚਿੱਚੜ ਨੇ ਕੀ ਕੀਤਾ? ਲਹੂ ਪੀਤਾ। ਮਹਾਰਾਜ ਕਹਿਣ ਲੱਗੇ ਭਾਈ ਐਸੇ ਤਰ੍ਹਾਂ ਜਿਹੜੇ ਸੰਸਾਰ ਦੇ ਲੋਕ ਨੇ ਉਹਨਾਂ ਦਾ ਸੁਭਾਅ ਵੀ ਇਸ ਤਰ੍ਹਾਂ ਦਾ ਬਣ ਜਾਂਦਾ ਹੈ। ਮਨਮੁਖ ਬੰਦਾ ਜਿਹੜਾ ਚਿੱਚੜ ਵਰਗਾ ਹੈ, ਉਹ ਸੰਤਾਂ ਰੂਪੀ ਦੁੱਧ ਦੇ ਕੋਲ ਵੀ ਭਾਵੇਂ ਰਵੇ, ਪਰ ਸੰਤਾਂ ਦੀ ਸੰਗਤ ਵਿੱਚੋਂ ਨਾਮ ਦਾ ਰਸ ਨਹੀਂ ਲੈਂਦਾ। ਕੀ ਕਰਦਾ ਹੈ? ਸੰਤਾਂ ਦੇ ਕੋਲ ਬੈਠਾ ਹੀ ਨਿੰਦਿਆ ਕਰੀ ਜਾਏਗਾ। ਲੈ ਮੈਂ ਵੇਖਿਆ ਫਲਾਣਾ ਸੰਤ, ਉਹ ਤਾਂ ਇੰਨੇ ਵਜੇ ਉੱਠਿਆ, ਫਲਾਣਾ ਸੰਤ ਮੈਂ ਵੇਖਿਆ ਉਹ ਤਾਂ ਇੱਦਾਂ ਖਾਂਦਾ, ਫਲਾਣਾ ਸੰਤ ਮੈਂ ਵੇਖਿਆ ਉਹਨੇ ਇਹ ਕਰਦਾ। ਇਸ ਤਰ੍ਹਾਂ ਦੇ ਮਨਮੁਖ ਲੋਕ ਸਾਧੂ ਦੀ ਸੰਗਤ ਵਿੱਚ ਰਹਿ ਕੇ ਵੀ ਉਹਦੀ ਨਿੰਦਿਆ ਕਰੀ ਜਾਣਗੇ। ਅਤੇ ਕੁਝ ਲੋਕ ਉਹਨੇ ਜਿਨ੍ਹਾਂ ਨੇ ਕਿਤਾਬਾਂ ਲਿਖ ਦਿੱਤੀਆਂ, ਕਿਤਾਬਾਂ ਦੇ ਉੱਪਰ ਨਾਮ ਲਿਖ ਦਿੱਤਾ ਹੈ। ਕਿਤਾਬ ਛਾਪੀ ਕਿਸੇ ਵਿਅਕਤੀ ਨੇ, ਉਹ ਕਿਤਾਬ ਦਾ ਨਾਮ ਲਿਖਿਆ ਸੰਤਾਂ ਦੇ ਕੌਤਕ। ਉਸ ਕਿਤਾਬ ਦੇ ਵਿੱਚ ਉਹਨੇ ਕੋਈ ਦੁਨੀਆ ਦਾ ਸੰਤ ਛੱਡਿਆ ਹੀ ਨਹੀਂ ਜਿਹਦੀ ਉਹਨੇ ਨਿੰਦਿਆ ਨਾ ਕੀਤੀ ਹੋਵੇ। ਜਿਹੜੇ ਸੰਤਾਂ ਨੂੰ ਲੋਕੀ ਨਮਸਕਾਰ ਕਰਦੇ ਨਾ, ਬੜੇ ਬੜੇ ਪਹਿਲਾਂ ਸੰਤ ਹੋਏ, ਬਾਣੀ ਵਾਲੇ, ਬਾਣੇ ਵਾਲੇ, ਸਿਮਰਨ ਵਾਲੇ,
ਉਹਨਾਂ ਦੀ ਚੰਗੀ ਗੱਲ ਕੋਈ ਨਹੀਂ ਲਿਖੀ, ਸਾਰੀ ਨਿੰਦਿਆ ਵਾਲੇ ਬਚਨ ਲਿਖੇ। ਫਲਾਣੇ ਸੰਤ ਨੂੰ ਮੈਂ ਮਿਲਿਆ, ਉਹਨੇ ਇਹ ਆਖਿਆ, ਉਹ ਇਸ ਤਰ੍ਹਾਂ ਬੈਠਦਾ ਸੀ, ਉਹ ਇਸ ਤਰ੍ਹਾਂ ਖਲੋਂਦਾ ਸੀ, ਉਹ ਇਸ ਤਰ੍ਹਾਂ ਖਾਂਦਾ ਸੀ। ਇਹੋ ਜਿਹੇ ਬਚਨ ਲਿਖ ਲਿਖ ਕੇ ਨਿੰਦਿਆ ਦਾ ਹੀ ਟੋਕਰਾ ਭਰਿਆ ਹੋਇਆ। ਰੋ ਵਿਚਾਰੇ ਹੈ। ਮਹਾਰਾਜ ਕਹਿਣ ਲੱਗੇ ਭਾਈ ਚਿੱਚੜ ਦਾ ਸੁਭਾਅ ਹੀ ਇਹ ਹੈ ਵੀ ਉਹਨੇ ਹਰ ਵੇਲੇ ਖੂਨ ਹੀ ਪੀਣਾ, ਨਿੰਦਿਆ ਰੂਪੀ ਖੂਨ ਪੀਣਾ ਹੈ। ਸੰਤਾਂ ਦੀ ਸੰਗਤ ਵਿੱਚ ਰਹਿ ਕੇ, ਦੁੱਧ ਦੇ ਕੋਲ ਰਹਿ ਕੇ ਵੀ ਉਹ ਦੁੱਧ ਦਾ ਆਨੰਦ ਨਹੀਂ ਲੈ ਸਕਦਾ ਹੈ। ਐਸੀ ਮਨਮੁਖਾਂ ਦੀ ਹਾਲਤ ਹੋਇਆ ਕਰਦੀ ਹੈ। ਜਾਂ ਆਪਾਂ ਇਸ ਤਰ੍ਹਾਂ ਕਹਿ ਲਈਏ, ਜਿਹੜਾ ਮਨਮੁਖ ਬੰਦਾ ਹੈ ਉਹ ਚਿੱਚੜ ਦੇ ਵਾਂਗ ਸੁਭਾਅ ਕੀ ਹੈ, ਜਦੋਂ ਕੰਮ ਕਰੇਗਾ ਕਾਮਨਾ ਵਾਲਾ ਹੀ ਕਰੇਗਾ। ਮੰਨ ਲਓ ਵੀ ਇੱਥੋਂ ਭਾਂਡਾ ਚੁੱਕ ਕੇ ਉੱਥੇ ਰੱਖਿਆ ਨਾ, ਜਾਂ ਥੋੜ੍ਹਾ ਜਿਹਾ ਝਾੜੂ ਫੇਰਿਆ ਨਾ, ਤੇ ਸੁਭਾਅ ਇਹ ਰੱਖੇਗਾ ਵੀ ਹੁਣ ਮੈਨੂੰ ਕੁਝ ਮਿਲ ਜਾਵੇ ਨਾਲ ਦੀ ਨਾਲ। ਜਿਵੇਂ ਚਿੱਚੜ ਦਾ ਸੁਭਾਅ ਹੈ ਨਾ, ਮੈਨੂੰ ਖੂਨ ਮਿਲੇ। ਮਨਮੁਖ ਬੰਦੇ ਦਾ ਸੁਭਾਅ ਸਹਿਤ ਕਾਮਨਾ ਦੇ ਹੈ ਵੀ ਜੇ ਮੈਂ ਕਿਤੇ 2 ਮਿੰਟ ਸੇਵਾ ਕਰ ਵੀ ਲਈ ਹੈ, ਕਿਤੇ ਚੰਗੇ ਬੰਦੇ ਦੀ ਸੰਗਤ ਵਿੱਚ ਬੈਠ ਵੀ ਗਿਆ ਹਾਂ, ਹੁਣ ਮੈਨੂੰ ਇੱਥੋਂ ਇਹ ਪਦਾਰਥ ਮਿਲ ਜਾਵੇ ਤੇ ਮੈਂ ਲੈ ਕੇ ਹੀ ਨਾਲ ਜਾਵਾਂ। ਐਸਾ ਸੁਭਾਅ ਹੈ। ਦੁੱਧ ਦੇ ਵਾਂਗ ਕਦੇ ਨਿਸ਼ਕਾਮ ਕਰਮ ਨਹੀਂ ਕੀਤਾ ਹੈ ਵੀ ਚਲੋ ਅੱਜ ਪਾਠ ਕੀਤਾ, ਅੱਜ ਕੁਝ ਨਾ ਮੰਗਾ। ਗੁਰਮੁਖੋ ਅਸੀਂ ਤੇ ਪਾਠ ਬਾਅਦ ਵਿੱਚ ਕਰਦੇ ਹਾਂ, ਮੰਗ ਸਾਡੀ ਪਹਿਲਾਂ ਹੈ ਵੀ ਆਹ ਮੰਗ ਲੈਣਾ ਹੈ। ਪਰ ਕਦੇ ਇਹ ਸੋਚਿਆ ਵੀ ਨਹੀਂ ਅੱਜ ਮੈਂ ਪਾਠ ਕਰਨਾ, ਅੱਜ ਮੈਂ ਮੰਗਣਾ ਕੁਝ ਨਹੀਂ, ਅੱਜ ਮੈਂ ਨਿਸ਼ਕਾਮ ਹੀ ਪਾਠ ਕਰਕੇ ਵੇਖ ਲਵਾਂ। ਅੱਜ ਮੈਂ ਸੇਵਾ ਕੀਤੀ ਹੈ ਪਰ ਮੰਗਣਾ ਕੁਝ ਨਹੀਂ, ਮੈਂ ਨਿਸ਼ਕਾਮ ਹੋ ਕੇ ਹੀ ਸੇਵਾ ਕਰਕੇ। ਕਦੇ ਨਿਸ਼ਕਾਮਤਾ ਨਹੀਂ ਲਿਆਉਂਦਾ ਹੈ, ਹਰ ਵੇਲੇ ਕਾਮਨਾ ਰੱਖ ਕੇ ਕੰਮ ਕਰਦਾ। ਮਹਾਰਾਜ ਕਹਿਣ ਲੱਗੇ ਜਿਵੇਂ ਚਿੱਚੜ ਦਾ ਸੁਭਾਅ ਖੂਨ ਪੀਣਾ, ਦੁੱਧ ਨਹੀਂ ਪੀਂਦਾ, ਮਨਮੁਖ ਦਾ ਸੁਭਾਅ ਹਰ ਵੇਲੇ ਪਦਾਰਥਾਂ ਨੂੰ ਹੀ ਮੰਗਣਾ ਹੈ ਕਿ ਜੇ ਕੋਈ ਚੰਗਾ ਕੰਮ ਭੁੱਲ ਭੁਲੇਖੇ ਹੋ ਵੀ ਗਿਆ, ਇਹਦੇ ਵਿੱਚੋਂ ਕੁਝ ਨਾ ਕੁਝ ਮੰਗ ਕੇ ਹੀ ਲੈ ਕੇ ਜਾਵਾਂ। ਪਰ ਕਦੇ ਦੁੱਧ ਦੀ ਰਿਆਈ ਇਹ ਨਹੀਂ ਆਖਿਆ, ਮਿਲ ਮੇਰੇ ਗੋਬਿੰਦ ਆਪਣਾ ਨਾਮ ਦੇਹੋ। ਕਦੇ ਨਾਮ ਨਹੀਂ ਮੰਗਿਆ। ਜਦੋਂ ਮੰਗੇ ਪਦਾਰਥ ਮੰਗੇ। ਇਸੇ ਸ਼ਬਦ ਨੂੰ ਮਹਾਰਾਜ ਸਾਹਿਬ ਜੀ ਦੁਬਾਰ ਤੋਂ ਫਿਰ ਸਾਨੂੰ ਬਖਸ਼ਿਸ਼ ਕਰਦੇ ਹਨ। ਬਿਮਲ ਮਝਾਰ ਬਸਸ ਨਿਰਮਲ ਜਲ। ਮਹਾਰਾਜ ਕਹਿਣ ਲੱਗੇ ਬਿਮਲ ਮਝਾਰ, ਜਿਨ੍ਹਾਂ ਦਾ ਨਿਰਮਲ ਹਿਰਦਾ ਹੈ, ਸਾਧੂਆਂ ਦਾ। ਹੁਣ ਸਾਧੂਆਂ ਦੀ ਉਦਾਹਰਨ ਦਿੰਦੇ ਦੁਬਾਰਾ ਇਸੇ ਸ਼ਬਦ ਵਿੱਚੋਂ ਆਪਾਂ ਇਹ ਅਰਥ ਸਰਵਣ ਕਰਾਂਗੇ। ਕਹਿਣ ਲੱਗੇ ਜਿਨ੍ਹਾਂ ਸਾਧੂਆਂ ਦਾ ਨਿਰਮਲ ਹਿਰਦਾ ਹੈ, ਐਸੇ ਜਿਹੜੇ ਸਾਧੂ ਮਹਾਤਮਾ ਹਨ ਬਖਸ਼ਿਸ਼ ਕਰਦੇ ਹਨ। ਪਦਮਲ ਜਾਵਲ ਰੇ, ਉਹ ਜਿਹੜੇ ਸਾਧੂ ਨੇ ਕਮਲ ਫੁੱਲ ਦੇ ਵਾਂਗ ਨੇ, ਜਿਨ੍ਹਾਂ ਦਾ ਹਿਰਦਾ ਸ਼ੁੱਧ ਹੋ ਗਿਆ। ਵੈਸੇ ਤੇ ਗੁਰਮੁਖੋ ਸਾਡੇ ਹਿਰਦੇ ਵਿੱਚ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਚੱਲਦਾ ਹੀ ਰਹਿੰਦਾ, ਨਿੰਦਿਆ ਚੁਗਲੀ, ਇਹ ਸਾਡੇ ਮਨ ਵਿੱਚ, ਸਾਡਾ ਮਨ ਕਦੇ ਸ਼ੁੱਧ ਨਹੀਂ ਹੋਇਆ ਹੈ। ਪਰ ਇਹ ਉਹਨਾਂ ਦਾ ਹੋਇਆ ਹੈ ਜਿਨ੍ਹਾਂ ਨੇ ਬਾਣੀ ਪੜ੍ਹੀ ਹੈ। ਜੀਆ ਹੋ ਨਿਰਮਲ ਬਾਹਰੋ, ਨਿਰਮਲ ਬਾਹਰੋ ਤਾਂ ਨਿਰਮਲ ਜੀਆ ਹੋ। ਨਿਰਮਲ ਸਤਿਗੁਰ ਤੇ ਕਰਨੀ ਕਮਾਣੀ, ਜਿਨ੍ਹਾਂ ਨੇ ਸਤਿਗੁਰੋਂ ਕਰਨੀ ਸਿੱਖੀ ਹੈ ਤੇ ਫਿਰ ਉਹਨਾਂ ਬਚਨਾਂ ਨੂੰ ਕਮਾਇਆ ਹੈ, ਉਹਨਾਂ ਦਾ ਹਿਰਦਾ ਸ਼ੁੱਧ ਹੁੰਦਾ। ਪਾਤਸ਼ਾਹ ਕਹਿਣ ਲੱਗੇ ਬਿਮਲ ਬੁਝਾਰ ਬਸਸ ਨਿਰਮਲ ਜਲ, ਪਦਮਨ ਜਾਵਲ ਰੇ, ਜਿਨ੍ਹਾਂ ਸੰਤਾਂ ਦਾ ਹਿਰਦਾ ਸ਼ੁੱਧ ਹੋ ਗਿਆ ਹੈ ਨਿਰਮਲ ਪਾਣੀ ਦੇ ਵਾਂਗ। ਪਾਤਸ਼ਾਹ ਕਹਿਣ ਲੱਗੇ ਉਹ ਫਿਰ ਸੰਤ ਜਿਹੜੇ ਨੇ ਕਮਲ ਫੁੱਲ ਵਰਗੇ ਨੇ। ਤੇ ਪਾਤਸ਼ਾਹ ਕਹਿਣ ਲੱਗੇ ਐਸੇ ਜਿਹੜੇ ਸੰਤ ਨੇ ਉਹ ਸਤ ਸੰਗਤ ਰੂਪੀ ਸਰੋਵਰ ਦੇ ਵਿੱਚ ਰਹਿੰਦੇ ਨੇ ਤੇ ਨਾਮ ਰੂਪੀ ਜਲ ਉਹਨਾਂ ਦਾ ਜੀਵਨ ਬਣ ਜਾਂਦਾ। ਨਾਮ ਹੀ ਹਰ ਵੇਲੇ ਜਪਦੇ। ਉਹ ਪਦਾਰਥਾਂ ਰੂਪੀ ਜਾਲੇ ਦੀ ਪਰਵਾਹ ਨਹੀਂ ਕਰਦੇ। ਜਦੋਂ ਗੁਰਮੁਖੋ ਨਾਮ ਜਪੀਦਾ ਨਾ, ਪਦਾਰਥ ਮਗਰ ਹੀ ਤੁਰ ਪੈਂਦੇ ਉਸ ਵੇਲੇ, ਪਰ ਉਹ ਪਰਵਾਹ ਨਹੀਂ ਕਰਦੇ। ਮਹਾਰਾਜ ਜੀ ਦਾ ਬਚਨ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਨਾਮ ਜਪਣ ਵਾਲਿਆਂ ਦੇ ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ, ਚਰਣੀ ਲੱਗੈ ਤਾਂ ਮਹਿਲ ਪਾਵੇ। ਸੋ ਇਹ ਬਾਣੀ ਦਾ ਬਚਨ ਹੈ। ਜਦੋਂ ਨਾਮ ਜਪੀਦਾ ਉਦੋਂ ਪਦਾਰਥ ਮਗਰ ਲੱਗ ਜਾਂਦੇ। ਹੁਣ ਤੇ ਆਪਾਂ ਪਦਾਰਥਾਂ ਦੇ ਮਗਰ ਲੱਗਿਆ ਨਾ, ਆ ਮਿਲੇ ਆ ਮਿਲੇ, ਮਿਲਦਾ ਨਹੀਂ। ਤੁਸੀਂ ਨਾਮ ਜਪਣ ਲੱਗ ਪਓ, ਮੰਗ ਕੋਈ ਨਾ ਰੱਖੋ, ਪਦਾਰਥ ਮਗਰ ਮਗਰ ਭੱਜ ਪੈਂਦੇ ਉਸ ਵੇਲੇ ਵੀ ਇਹ ਮੈਨੂੰ ਅੰਗੀਕਾਰ ਕਰੇ। ਰੋ ਵਿਚਾਰ ਇਹ ਹੈ, ਕਹਿਣ ਲੱਗੇ ਜਿਨ੍ਹਾਂ ਸਾਧੂਆਂ ਦਾ ਹਿਰਦਾ ਹੋ ਗਿਆ ਸ਼ੁੱਧ, ਜਿਨ੍ਹਾਂ ਦਾ ਮਨ ਬਣ ਗਿਆ ਕਮਲ ਫੁੱਲ ਦੇ ਵਾਂਗ ਨਿਰਲੇਪ, ਇਹ ਪਦਾਰਥਾਂ ਰੂਪੀ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਵੀ ਉਹ ਨਿਰਲੇਪ ਰਹਿੰਦੇ। ਪਦਾਰਥ ਉਹਨਾਂ ਦੇ ਮਗਰ ਮਗਰ ਦੌੜੇ ਫਿਰਦੇ, ਪਰ ਕਹਿਣ ਲੱਗੇ ਉਹ ਪਦਾਰਥਾਂ ਨੂੰ ਅੰਗੀਕਾਰ ਨਹੀਂ ਕਰਦੇ। ਉਹਨਾਂ ਸਾਧੂਆਂ ਦੇ ਕੋਲ ਫਿਰ ਡੱਡੂ ਦੀ ਨਿਆਈ ਮਨਮੁਖ ਆ ਜਾਂਦਾ। ਮਨਮੁਖ ਵੇਖਦਾ ਵੀ ਆਹ ਸਾਧੂ ਦੀ ਬੜੀ ਬੰਦਗੀ ਹੈ, ਇਹਦੇ ਕੋਲ ਸੰਗਤ ਬੜੀ ਆਉਂਦੀ ਹੈ, ਮੱਥਾ ਬੜਾ ਟਿਕਦਾ, ਬੜੀ ਮਾਇਆ ਆ ਰਹੀ ਹੈ। ਉਹ ਫਿਰ ਮਨਮੁਖ ਡੱਡੂ ਕੋਲ ਰਹਿ ਕੇ ਪਦਾਰਥਾਂ ਦੇ ਜਫੇ ਪਰ ਲੱਗ ਪੈਂਦਾ ਹੈ ਵੀ ਮੈਂ ਇਕੱਠੀ ਕਰ ਲਵਾਂ, ਇਹਨਾਂ ਮਹਾਤਮਾ ਨੂੰ ਤੇ ਕੋਈ ਲੋੜ ਨਹੀਂ, ਇਹ ਤੇ ਨਿਰਲੇਪ ਨੇ, ਕਿਉਂ ਨਾ ਹੋਵੇ ਮੈਂ ਹੀ ਆਪਣੇ
ਖਾਤੇ ਜਿਹੜੇ ਨੇ ਉਹ ਮਾਇਆ ਦੇ ਨਾਲ ਭਰ ਕੇ ਬਹੁਤੀ ਜ਼ਮੀਨ ਜਾਇਦਾਦ ਦਾ ਮਾਲਕ ਬਣ ਜਾਵਾਂ। ਪਰ ਉਸ ਮਨਮੁਖ ਨੂੰ ਇਹ ਨਹੀਂ ਪਤਾ ਮੈਂ ਜਿਹਦੀ ਸੰਗਤ ਵਿੱਚ ਰਹਿੰਦਾ ਹਾਂ ਇਹਦਾ ਜੀਵਨ ਵੇਖ ਕੇ ਮੈਂ ਵੀ ਆਪਣਾ ਜੀਵਨ ਬਦਲ ਲਵਾਂ। ਨਹੀਂ, ਉਹਦਾ ਜੀਵਨ ਉਸੇ ਤਰ੍ਹਾਂ ਦਾ ਹੀ ਰਹਿੰਦਾ ਹੈ, ਕਿਉਂਕਿ ਉਹਦਾ ਸੁਭਾਅ ਡੱਡੂ ਵਾਲਾ ਬਣ ਜਾਂਦਾ ਹੈ। ਡੱਡੂ ਕਮਲ ਦੇ ਫੁੱਲ ਕੋਲ ਰਹਿੰਦਾ ਵੀ ਜਾਲਾ ਖਾਂਦਾ ਹੈ। ਮਨਮੁਖ ਬੰਦਾ ਸੰਤ ਦੇ ਕੋਲ ਰਹਿੰਦਿਆਂ ਵੀ ਸੰਗਤ ਦਾ ਪ੍ਰਭਾਵ ਨਹੀਂ ਕਬੂਲ ਕਰਦਾ, ਸਗੋਂ ਜੇ ਸੰਤ ਨੂੰ ਕਿਸੇ ਨੇ ਮੱਥਾ ਟੇਕਿਆ ਉਹ ਵੀ ਚੁੱਕ ਕੇ ਉਹਨੇ ਜੇਬ ਵਿੱਚ ਹੀ ਪਾ ਲੈਣੇ। ਜੇ ਕੋਈ ਸੰਤ ਨੂੰ ਪਦਾਰਥ ਦੇ ਕੇ ਗਿਆ, ਕਹਿਣ ਲੱਗਾ ਲਿਆਓ ਜੀ ਮੈਨੂੰ ਫੜਾ ਦਿਓ, ਮੈਂ ਦੇ ਦਿਆਂਗਾ, ਇਹਦੇ ਸਮਾਧੀ ਵਿੱਚ ਬੈਠੇ ਹੋਏ, ਤੇ ਆਪ ਹੀ ਸਭ ਕੁਝ ਕੋਲ ਰੱਖ ਲੈਣਾ। ਐਸੀ ਹਾਲਤ ਬਣ ਜਾਂਦੀ ਹੈ। ਜਿਵੇਂ ਦਾ ਸੁਭਾਅ ਬਾਬਾ ਦਾਤੂ ਜੀ ਦਾ ਹੈ, ਮਾਇਆ ਨੂੰ ਮੁੱਖ ਰੱਖ ਕੇ ਆਪਣੇ ਪਿਤਾ ਨਾਲ ਵੀ ਝਗੜਾ ਕੀਤਾ ਤੇ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਨੂੰ ਵੀ ਲੱਤ ਮਾਰ ਦਿੱਤੀ। ਕਾਹਦੇ ਵਾਸਤੇ? ਮੈਨੂੰ ਗੁਰੂ ਨਹੀਂ ਚਾਹੀਦਾ ਹੈ, ਮੈਨੂੰ ਪਦਾਰਥ ਚਾਹੀਦਾ ਹੈ। ਐਸੀ ਹਾਲਤ ਮਨਮੁਖਾਂ ਵਰਗੇ ਡੱਡੂ ਹੋਇਆ ਕਰਦੇ, ਸੋ ਜਿਨ੍ਹਾਂ ਦਾ ਸੁਭਾਅ ਹੀ ਪਦਾਰਥਾਂ ਰੂਪੀ ਜਾਲੇ ਨੂੰ ਖਾਣਾ ਹੈ। ਪਦਮਲ ਜਾਵਲ ਜਲ ਰਸ ਸੰਗਤ ਸੰਗ ਦੋਖ ਨਹੀਂ ਰੇ। ਮਹਾਰਾਜ ਕਹਿਣ ਲੱਗੇ ਜਿਹੜੇ ਮਹਾਤਮਾ ਰੂਪੀ ਕੌਲ ਫੁੱਲ ਹਨ ਉਹ ਨਾਮ ਰੂਪੀ ਜਲ ਦੀ ਸੰਗਤ ਵਿੱਚ ਰਹਿੰਦੇ। ਪਦਾਰਥਾਂ ਰੂਪੀ ਜਾਵਲ ਜਿਹੜਾ ਜਾਲਾ ਹੈ ਉਹਨਾਂ ਦੀ ਸੰਗਤ ਵਿੱਚ ਰਹਿੰਦਿਆਂ ਹੋਇਆਂ ਵੀ ਮਹਾਤਮਾ ਨੂੰ ਕੋਈ ਫਰਕ ਨਹੀਂ ਪੈਂਦਾ ਹੈ। ਜਿਵੇਂ ਕਮਲ ਦਾ ਫੁੱਲ ਪਾਣੀ ਵਿੱਚ ਰਹਿੰਦਾ, ਡੱਡੂ ਜਾਲੇ ਦੀ ਪਰਵਾਹ ਨਹੀਂ ਕਰਦਾ। ਮਹਾਤਮਾ ਨਾਮ ਦੇ ਵਿੱਚ ਰੰਗੇ ਹੋਏ ਉਹ ਪਦਾਰਥਾਂ ਦੀ ਪਰਵਾਹ ਨਹੀਂ ਕਰਦੇ। ਜਿੰਨੀ ਮਰਜ਼ੀ ਮਾਇਆ ਆਈ ਜਾਵੇ, ਪਦਾਰਥ ਆਈ ਜਾਣ, ਨਿਰਲੇਪ ਰਹਿੰਦੇ ਨੇ, ਕਿਉਂਕਿ ਨਾਮ ਰੂਪੀ ਜਲ ਦੀ ਸੰਗਤ ਵਿੱਚ ਮਹਾਤਮਾ ਰਹਿੰਦੇ। ਪਦਾਰਥਾਂ ਰੂਪੀ ਜਾਲੇ ਨੂੰ ਖਾਣ ਵਾਲੇ ਮਨਮੁਖ ਜਿਹੜੇ ਡੱਡੂ ਨੇ, ਸੋ ਕਹਿਣ ਲੱਗੇ ਉਹਨਾਂ ਦੀ ਪਰਵਾਹ ਗੁਰਮੁਖ ਨਹੀਂ ਕਰਦੇ। ਐਸਾ ਸੁਭਾਅ ਉਹਨਾਂ ਦਾ ਹੋ ਜਾਂਦਾ ਹੈ। ਦਾਦਰ ਤੂੰ ਕਵੇ ਨ ਜਾਣ ਸਰੇ। ਦਾਦਰ ਤੋਂ ਭਾਵ ਹੈ ਮਨਮੁਖ। ਮਨਮੁਖ ਕੌਣ ਹੈ? ਸਾਲਸਰਾਏ ਜਾਂ ਮਨਮੁਖ ਕਹਿ ਲਈਏ ਅੱਜ ਸੰਸਾਰ ਦੇ ਲੋਕ। ਕਹਿਣ ਲੱਗੇ ਉਹ ਮਨਮੁਖੋ ਤੁਸੀਂ ਮਹਾਤਮਾ ਰੂਪੀ ਬ੍ਰਹਮ ਗਿਆਨੀ ਮਹਾਤਮਾ ਰੂਪੀ ਕਮਲ ਫੁੱਲ ਦੀ ਸਾਰ ਤੁਹਾਨੂੰ ਪਤਾ ਨਹੀਂ ਹੈ। ਭਗਤ ਸਿਬਾਲ ਬਸਤ ਨਿਰਮਲ ਜਲ। ਕਹਿਣ ਲੱਗੇ ਨਿਰਮਲ ਜਲ, ਨਿਰਮਲ ਨਾਮ ਜਲ ਵਾਲੇ ਸਤ ਸੰਗਤ ਸਰੋਵਰ ਵਿੱਚ ਵਸਦੇ ਹੋਏ ਵੀ ਭੋਗ ਬੁੱਧੀ ਕਰਕੇ ਪਦਾਰਥਾਂ ਰੂਪੀ ਜਾਲੇ ਨੂੰ ਖਾਂਦੇ। ਸੰਗਤ ਵਿੱਚ ਆ ਗਿਆ, ਸੰਗਤ ਰੂਪੀ ਨਾਮ ਅੰਮ੍ਰਿਤ ਵਿੱਚ ਬੈਠਾ ਹੈ, ਪਰ ਜਿਹੜੀ ਬੁੱਧੀ ਉਹ ਪਦਾਰਥਾਂ ਵਾਲੀ ਹੈ। ਸਾਡੀ ਬੁੱਧੀ ਵਿੱਚ ਪਦਾਰਥ ਹੀ ਪਦਾਰਥ ਭਰੇ ਹੋਏ ਨੇ। ਅਸੀਂ ਇੱਥੇ ਆ ਕੇ ਵੀ ਪਦਾਰਥ ਹੀ ਖਾਂਦੇ ਆ। ਜੇ ਆਪਾਂ ਗੁਰੂ ਘਰੇ ਪਤਾ ਲੱਗ ਗਿਆ ਨਾ ਵੀ ਲੰਗਰ ਬਣਿਆ, ਚਲੋ ਚਲੀਏ ਪ੍ਰਸ਼ਾਦਾ ਛਕ ਕੇ ਆਵਾਂ, ਇਹ ਨਹੀਂ ਸੋਚਿਆ ਵੀ ਗੁਰੂ ਘਰੇ ਚਲੀਏ ਕੀਰਤਨ ਸੁਣ ਕੇ ਆਵਾਂਗੇ, ਕਥਾ ਸੁਣ ਕੇ ਆਵਾਂਗੇ, ਪਾਠ ਸੁਣ ਕੇ ਆਵਾਂਗੇ, ਕੋਈ ਜੀਵਨ ਕਮਾਵਾਂਗੇ। ਨਹੀਂ, ਚਲੋ ਚੱਲ ਕੇ ਪ੍ਰਸ਼ਾਦਾ ਹੀ ਛਕ ਕੇ ਆਈਏ। ਤੇ ਕੁਝ ਇਹੋ ਜਿਹਾ ਹੈ ਜਿਹੜੇ ਦਰਬਾਰ ਵਿੱਚ ਨਹੀਂ ਆਉਣਗੇ, ਸਿੱਧਾ ਲੰਗਰ ਵਿੱਚੋਂ ਹੀ ਛਕ ਕੇ ਤੇ ਵਾਪਸ ਮੁੜ ਜਾਣਗੇ। ਉਹ ਸੁਭਾਅ ਹੀ ਐਸਾ ਬਣ ਗਿਆ ਹੈ। ਮਹਾਰਾਜ ਕਹਿਣ ਲੱਗੇ ਸੋ ਮਹਾਤਮਾ ਜਿਹੜੇ ਗੁਰਮੁਖ ਨਾਮ ਜਪਣ ਵਾਲੇ ਉਹਨਾਂ ਦੀ ਸੰਗਤ ਵਿੱਚ ਰਹਿ ਕੇ ਵੀ ਇਹ ਬੁੱਧੀ ਜਿਹੜੀ ਹੈ ਪਦਾਰਥਾਂ ਵਾਦੀ ਹੈ। ਇਸ ਕਰਕੇ ਪਦਾਰਥਾਂ ਰੂਪੀ ਜਾਲੇ ਨੂੰ ਹੀ ਖਾਂਦਾ ਹੈ। ਜਲ ਅੰਮ੍ਰਿਤ ਨਾ ਲਖਸ ਰੇ। ਗੁਰਮੁਖ ਰੂਪੀ ਕੋਮਲ ਫੁੱਲ ਦੇ ਕੋਲ ਰਹਿੰਦਿਆਂ ਹੋਇਆਂ ਸ਼ੁਭ ਗੁਣਾ ਰੂਪੀ ਇਹ ਜਿਹੜੀ ਸੁਗੰਧੀ ਹੈ ਉਸ ਨੂੰ ਕਹਿੰਦੇ ਪ੍ਰਾਪਤ ਨਹੀਂ ਕਰਦੇ। ਰਸ ਨਾਮ ਪ੍ਰੇਮ ਦਾ, ਸੁਗੰਧੀ ਨਾਮ ਭਗਤੀ ਦਾ, ਧੂੜੀ ਨਾਮ ਸ਼ਰਧਾ ਦਾ, ਇਤਿਆਦਿਕ ਜਿਹੜੇ ਗੁਣ ਨੇ ਇਹ ਮਨਮੁਖਾਂ ਨੇ ਕਦੇ ਧਾਰਨ ਨਹੀਂ ਕੀਤੇ ਹਨ। ਬਾਜਲ ਨਿਤਨਾ ਬਸਤ ਅਲੀਅਲ ਮੇਰ ਨਾ ਚਾਗੁਣ ਰੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਬਚਨ ਇਹ ਹੈ ਕਿ ਮਨਮੁਖ ਰੂਪ ਜਿਹੜਾ ਡੱਡੂ ਹੈ, ਸਾਲਸਰਾਏ ਨੂੰ ਵੀ ਮਨਮੁਖ ਹੀ ਲਿਖਿਆ ਕਿਉਂਕਿ ਇਹਨੂੰ ਪਹਿਲਾਂ ਸ਼ਰਧਾ ਨਹੀਂ ਮਹਾਰਾਜ ਤੇ ਆਈ ਹੈ। ਪਾਤਸ਼ਾਹ ਕਹਿਣ ਲੱਗੇ ਸਾਲਸਰਾਏ ਤੂੰ ਵੀ ਮਨਮੁਖ ਹੀ ਹੈ। ਮਨਮੁਖ ਦਾ ਸੁਭਾਅ ਡੱਡੂ ਵਾਲਾ ਹੈ, ਨਿਤਾ ਪ੍ਰਤੀ ਨਾਮ ਜਲ ਦੇ ਵਿੱਚ ਵਸਦਾ ਹੋਇਆ। ਇਹ ਜਿਹੜਾ ਸਾਲਸਰਾਏ ਹੈ ਨਾ ਗੁਰਮੁਖੋ, ਇਹ ਸੰਗਤ ਕਰਿਆ ਕਰਦਾ ਸੀ ਹਰ ਵੇਲੇ, ਕਦੇ ਕਿਸੇ ਮਹਾਤਮਾ ਕੋਲ, ਕਦੇ ਕਿਸੇ ਮਹਾਤਮਾ ਕੋਲ, ਪਰ ਸੰਗਤ ਕਰਦਾ ਕਦੇ ਮਨ ਨਹੀਂ ਸੀ ਇਸ ਦਾ ਭਿੱਜਦਾ। ਮਨ ਵਿੱਚ ਉਹੀ ਤਰਕਾਂ ਕੁਤਰਕਾਂ ਹਰ ਵੇਲੇ ਰਹਿਣੀਆਂ। ਪਾਤਸ਼ਾਹ ਕਹਿਣ ਲੱਗੇ ਸਾਲਸਰਾਏ ਤੂੰ ਨਾਮ ਰੂਪੀ ਸੰਗਤ ਵਿੱਚ ਰਹਿੰਦਾ ਜ਼ਰੂਰ ਹੈ, ਸੰਗਤ ਵਿੱਚ ਮਹਾਤਮਾ ਦੀ ਸੰਗਤ ਕਰਦਾ ਜ਼ਰੂਰ ਹੈ, ਪਰ ਤੇਰਾ ਕਦੇ ਮਨ ਭਿੱਜਿਆ ਹੀ ਨਹੀਂ ਹੈ। ਕਦੇ ਤੇਰਾ ਮਨ ਨਹੀਂ ਭਿੱਜਿਆ। ਤੇਰੀ ਹਾਲਤ ਐਸੀ ਹੈ ਅਲੀਅਲ ਮੇਰ ਚਚਾ ਗੁਣ ਰੇ। ਸੋ ਬਚਨ ਆ ਗਿਆ ਅਲੀਅਲ ਤੋਂ ਭਾਵ ਹੈ ਭੌਰੇ, ਤੇ ਭੌਰਿਆਂ ਤੋਂ ਭਾਵ ਲੈ ਲੈਣਾ ਸਿੱਖ। ਇਹ ਜਿਹੜੇ ਸਿੱਖਾਂ ਰੂਪੀ ਭੌਰੇ ਨੇ ਇਹ ਦੂਰੋਂ ਚੱਲ ਕੇ ਆਉਂਦੇ ਮਹਾਤਮਾ ਰੂਪੀ ਕਮਲ ਫੁੱਲ ਦੇ ਕੋਲ ਬੈਠ ਕੇ ਨਾਮ ਰੂਪੀ ਸੁਗੰਧੀ ਲੈ ਕੇ ਤੇ ਫਿਰ ਕਹਿਣ ਲੱਗੇ ਆਪਣੇ ਸਥਾਨ ਨੂੰ ਪ੍ਰਾਪਤ ਹੋ ਜਾਂਦੇ।
ਫਿਰ ਇਸੇ ਤਰ੍ਹਾਂ ਬਖਸ਼ਿਸ਼ ਕਰਦੇ ਹਨ। ਬਾਜਲ ਨਿਤ ਨ ਬਸਤ ਅਲੀਅਲ ਮਿਰਚ ਝਾਗੁਣ ਰੇ। ਮਹਾਰਾਜ ਬਚਨ ਬਖਸ਼ਿਸ਼ ਕਰਦੇ ਕਹਿਣ ਲੱਗੇ ਕਿ ਜਿਵੇਂ ਆਪਾਂ ਹੁਣੇ ਉਦਾਹਰਨ ਸਰਵਣ ਕੀਤੀ ਹੈ, ਕੋਈ ਬੰਦਾ ਧਾਰਮਿਕ ਸਥਾਨ 'ਤੇ ਵੀ ਰਹਿੰਦਾ ਹੋਵੇ ਨਾ, ਤੇ ਕਦੇ ਉੱਠ ਕੇ ਨੇੜਿਓਂ ਵੀ ਉਹ ਧਾਰਮਿਕ ਸਥਾਨ ਦੇ ਦਰਸ਼ਨ ਨਹੀਂ ਕਰਦਾ ਹੈ। ਦੂਸਰੇ ਪਾਸੇ ਕੋਈ ਵਿਅਕਤੀ ਦੂਰੋਂ ਆ ਗਿਆ, ਸੈਂਕੜੇ ਮੀਲ ਦਾ ਸਫ਼ਰ ਕਰਕੇ, ਉਹ ਸੰਗਤ ਵੀ ਕਰਦਾ, ਉੱਥੇ ਬੈਠ ਕੇ ਸੇਵਾ ਵੀ ਕਰਦਾ, ਨਾਮ ਵੀ ਜਪਦਾ। ਉਹਦਾ ਸੁਭਾਅ ਭੌਰੇ ਵਰਗਾ ਹੈ, ਜਿਵੇਂ ਭੌਰਾ ਪਾਸਿਓਂ ਆਇਆ ਸੁਗੰਧੀ ਲੈ ਕੇ ਚਲਾ ਗਿਆ। ਡੱਡੂ ਕੋਲ ਬੈਠਾ ਹੈ, ਉਹ ਨਿੰਦਿਆ ਰੂਪੀ ਜਾਲਾ ਹੀ ਖਾਂਦਾ ਹੈ, ਪਰ ਉਸ ਦੀ ਪ੍ਰਾਪਤੀ ਨਹੀਂ ਕਰਦਾ ਹੈ। ਚੰਦ ਕੁਮੁਦਨੀ ਦੂਰੋਂ ਨਿਵਸਸ ਅਨਭਉ ਕਾਰਨ ਰੇ। ਪਾਤਸ਼ਾਹ ਕਹਿਣ ਲੱਗੇ ਜਿਵੇਂ ਚੰਦਰਮਾ ਨੂੰ ਵੇਖ ਕੇ ਗੁਰਮੁਖੋ ਕਵੀਆਂ ਖਿੜ ਜਾਂਦੀਆਂ, ਚੰਦਰਮਾ ਦੀ ਨਿਆਈ ਹਨ ਸਤਿਗੁਰੂ ਪਾਤਸ਼ਾਹ ਜੀ। ਸਤਿਗੁਰਾਂ ਨੂੰ ਵੇਖ ਕੇ ਮਹਾਰਾਜ ਦੇ ਪਿਆਰੇ ਸਿੱਖ ਜਿਹੜੇ ਨੇ ਗੁਰਮੁਖੋ, ਉਹਨਾਂ ਦੇ ਹਿਰਦੇ ਖਿੜ ਜਾਂਦੇ। ਭਾਵ ਭਾਵੇਂ ਸਿੱਖ ਮਹਾਰਾਜ ਤੋਂ ਦੂਰ ਵੀ ਹੋਵੇ ਤਾਂ ਵੀ ਗੁਰੂ ਨੂੰ ਯਾਦ ਕਰਕੇ ਉਹਦਾ ਮਨ ਪ੍ਰਸੰਨ ਹੀ ਰਹਿੰਦਾ। ਦੂਰ ਬੈਠਾ ਹੋਇਆ ਸਿੱਖ ਬਾਣੀ ਪੜ੍ਹ ਕੇ ਆਪਣਾ ਮਨ ਪ੍ਰਸੰਨ ਰੱਖਦਾ ਔਰ ਗੁਰੂ ਨੂੰ ਹਮੇਸ਼ਾ ਹਾਜ਼ਰ ਨਾਜ਼ਰ ਸਮਝਦਾ ਹੈ। ਗੁਰ ਮੇਰੇ ਸੰਗ ਸਦਾ ਹੈ ਨਾਲੇ। ਭਾਈ ਬਿਧੀ ਚੰਦ ਪੱਟੀ ਵਿੱਚ ਪਹੁੰਚੇ ਨਾ, ਦੁਸ਼ਾਲੇ ਕੱਢ ਕੇ ਜਦੋਂ ਤੁਰਨ ਲੱਗੇ ਤੇ ਘੇਰਾ ਪੈ ਗਿਆ। ਹੁਣ ਗੁਰੂ ਪਾਤਸ਼ਾਹ ਡਰੌਲੀ ਬੈਠੇ ਨੇ ਮੋਗੇ ਦੀ ਧਰਤੀ 'ਤੇ, ਬਿਧੀ ਚੰਦ ਜੀ ਬੈਠੇ ਪੱਟੀ ਸ਼ਹਿਰ ਦੇ ਵਿੱਚ, ਪਰ ਗੁਰੂ ਨੂੰ ਸੰਗ ਹੀ ਜਾਣਿਆ ਆਪਣੇ ਵੀ ਮਹਾਰਾਜ ਮੇਰੇ ਨਾਲ ਹੀ ਨੇ। ਭੱਠੇ ਵਿੱਚ ਬੈਠ ਗਏ, ਭੱਠੇ ਦੇ ਸੇਕ ਨੇ ਬਾਲ ਤੱਕ ਨਹੀਂ ਵਿੰਗਾ ਕੀਤਾ ਹੈ। ਇਸ ਤਰ੍ਹਾਂ ਗੁਰਮੁਖਾਂ ਦਾ ਸੁਭਾਅ ਹੋਇਆ ਕਰਦਾ ਹੈ। ਕਹਿਣ ਲੱਗੇ ਚੰਦਰਮਾ ਤੋਂ ਕਵੀਆਂ ਦੂਰ ਖਿੜ ਜਾਂਦੀਆਂ ਪ੍ਰੇਮ ਦੇ ਨਾਲ, ਗੁਰੂ ਕਾ ਸਿੱਖ ਗੁਰੂ ਤੋਂ ਦੂਰ ਰਹਿ ਕੇ ਪ੍ਰੇਮ ਦੇ ਵਿੱਚ ਹਰ ਵੇਲੇ ਖਿੜਿਆ ਰਹਿੰਦਾ ਹੈ। ਅੰਮ੍ਰਿਤ ਖੰਡ ਦੂਧ ਮਤ ਸੰਚਸ ਧੂਪ ਨ ਚਾਤਰ ਰੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਬਚਨੇ ਅੰਮ੍ਰਿਤ ਤੋਂ ਭਾਵ ਲੈ ਲੈਣਾ ਗੁਰਮੁਖੋ ਗਿਆਨ, ਖੰਡ ਤੋਂ ਭਾਵ ਲੈ ਲੈਣਾ ਹੈ ਭਗਤੀ, ਅਤੇ ਇਸੇ ਤਰ੍ਹਾਂ ਦੁੱਧ ਤੋਂ ਭਾਵ ਲੈ ਲੈਣਾ ਗੁਰਮੁਖੋ ਨਿਸ਼ਕਾਮ ਕਰਮ ਕਰਨੇ। ਪਾਤਸ਼ਾਹ ਕਹਿਣ ਲੱਗੇ ਮਦ ਤੋਂ ਭਾਵ ਹੈ ਇਤਿਆਦਿਕ, ਇਹ ਜਿਹੜੀਆਂ ਵਸਤੂਆਂ ਇਹ ਸ਼ੁਭ ਗੁਣਾਂ ਨੂੰ ਕਹਿਣ ਲਈਏ ਸੰਚਿਤ ਕਰ ਲਈਏ, ਇਕੱਠਾ ਵੀ ਭਾਵੇਂ ਕਰ ਲਈਏ, ਪਰ ਤੁੰਬੇ ਵਾਂਗੂ ਕੌੜੇ ਸੁਭਾਅ ਵਾਲਾ ਮਨਮੁਖ ਜਿਹੜਾ ਪੁਰਸ਼ ਹੈ ਨਾ, ਚਾ ਰੇ। ਮਹਾਰਾਜ ਕਹਿੰਦੇ ਚਾਹ ਤੋਂ ਭਾਵ ਹੈ ਅਤਰ ਵਾਂਗੂ ਭਗਤੀ ਸੁਗੰਧੀ ਵਾਲਾ ਨਹੀਂ ਹੁੰਦਾ ਹੈ। ਸੋ ਭਾਵੇਂ ਤੁਸੀਂ ਬਚਨ ਆ ਗਿਆ, ਗਿਆਨ ਵੀ ਲੈ ਲਿਆ, ਭਗਤੀ ਵੀ ਲੈ ਲਈ ਹੈ, ਨਿਸ਼ਕਾਮ ਵੀ ਹੋ ਗਏ ਹੋ, ਪਰ ਜਿਹੜਾ ਮਨਮੁਖ ਬੰਦਾ ਹੈ ਉਹਦੇ ਵਿੱਚ ਇਹ ਸਭ ਕੁਝ ਆਉਣ ਤੋਂ ਬਾਵਜੂਦ ਵੀ ਕਦੇ ਕੌੜਾ ਸੁਭਾਅ ਨਹੀਂ ਛੱਡਦਾ ਹੈ, ਭਗਤੀ ਵੀ ਕਰਦਾ ਪਿਆ ਹੈ, ਉਸ ਨੂੰ ਗਿਆਨ ਵੀ ਹੈ, ਬੜੇ ਬੜੇ ਗ੍ਰੰਥਾਂ ਦੇ ਬਚਨ ਵੀ ਸੁਣਾ ਦੇਵੇਗਾ। ਕੰਮ ਜਦੋਂ ਕਰੇਗਾ ਉਦੋਂ ਵੀ ਨਿਸ਼ਕਾਮਤਾਈ ਵਾਲੇ ਕਰੇਗਾ, ਪਰ ਜਦੋਂ ਉਹਦੇ ਕੋਲ ਬੈਠ ਕੇ ਬਚਨ ਬਲਾ ਸੁਣੋਗੇ ਨਾ, ਉਹ ਕੌੜੇ ਹੀ ਬਚਨ ਕਰੇਗਾ ਹਰ ਵੇਲੇ, ਕੁੜੱਤਣ ਵਾਲਾ ਸੁਭਾਅ ਨਹੀਂ ਛੱਡਦਾ ਹੈ। ਮਹਾਰਾਜ ਕਹਿੰਦੇ ਐਸੀ ਉਸ ਦੀ ਹਾਲਤ ਹੁੰਦੀ ਹੈ। ਪਾਤਸ਼ਾਹ ਫਰਮਾਉਂਦੇ ਹਨ ਆਪਣਾ ਆਪ ਨ ਕਬੂ ਛੋੜਸ ਪਿਸਨ ਪ੍ਰੀਤ ਜੋ ਰੇ। ਮਹਾਰਾਜ ਕਹਿਣ ਲੱਗੇ ਅੰਮ੍ਰਿਤ ਖੰਡ ਦੂਧ ਮਾ ਸੰਚ ਤੂੰ ਬਨ ਚਾਤੁਰ ਰੇ। ਦੂਜਾ ਪਾਠ ਗ੍ਰੰਥਾਂ ਵਿੱਚ ਇਹ ਵੀ ਲਿਖਿਆ ਹੈ। ਪਾਤਸ਼ਾਹ ਕਹਿਣ ਲੱਗੇ ਤੂੰ ਬਨ ਚਾਤੁਰ ਰੇ, ਹੈ ਭਾਈ ਤੂੰ ਚਾਤੁਰ ਤੇ ਬੜਾ ਹੈ। ਕਿਵੇਂ ਚਾਤੁਰ ਹੈ? ਬਨ ਨਾਮ ਹੈ ਜੰਗਲ ਦਾ, ਤੇ ਜੰਗਲ ਦੇ ਵਿੱਚ ਰਹਿੰਦਾ ਹੈ ਬਾਂਦਰ। ਬਾਂਦਰ ਨੂੰ ਬੜਾ ਚੰਚਲ ਮੰਨਿਆ, ਇੱਧਰੋਂ ਟਪੂਸੀ ਮਾਰਦਾ, ਉੱਧਰੋਂ ਮਾਰਦਾ ਇੱਧਰ। ਕਹਿਣ ਲੱਗੇ ਜਿਵੇਂ ਜੰਗਲ ਦਾ ਬਾਂਦਰ ਬੜਾ ਚਲਾਕ ਮੰਨਿਆ ਹੈ, ਹਰ ਵੇਲੇ ਭੱਜਦਾ ਰਹਿੰਦਾ ਹੈ, ਉਸ ਬਾਂਦਰ ਵਾਂਗੂ ਤੇਰਾ ਵੀ ਸੁਭਾਅ ਚੰਚਲ ਹੀ ਹੈ, ਕਦੇ ਟਿਕਦਾ ਹੀ ਨਹੀਂ। ਕਬਹੂ ਜੀੜਾ ਊਬ ਚੜਤ ਹੈ, ਕਬਹੂ ਜਾਏ ਪਿਆਲੇ। ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ। ਬਾਂਦਰ ਵਿੱਚ ਉਨੀ ਚੰਚਲਤਾਈ ਨਹੀਂ ਹੈ ਜਿੰਨੀ ਚੰਚਲਤਾਈ ਤੇਰੇ ਸੁਭਾਅ ਵਿੱਚ ਹੈ। ਐਸਾ ਹਰ ਵੇਲੇ ਮਨ ਇਸ ਦਾ ਦੌੜਦਾ ਹੈ। ਆਪਣਾ ਆਪ ਤੂੰ ਕਬੂ ਨਾ ਛੋੜਸ। ਆਪਣਾ ਆਪ ਛੱਡਦਾ ਨਹੀਂ, ਕਦੇ ਹੰਕਾਰ ਵਾਲਾ ਸੁਭਾਅ ਵਿਅਕਤੀ ਛੱਡਦਾ ਨਹੀਂ ਹੈ। ਪਿਸਨ ਪ੍ਰੀਤ ਜੋ ਰੇ। ਗੁਰਮੁਖੋ ਪਿਸਨ ਨਾਮ ਹੈ ਚੁਗਲ ਦਾ। ਜਿਹੜਾ ਬੰਦਾ ਚੁਗਲ ਹੈ ਨਾ, ਉਹਦੀ ਚੁਗਲੀ ਦੇ ਵਿੱਚ ਹੀ ਪ੍ਰੀਤੀ ਹੈ। ਭਾਵੇਂ ਤੁਸੀਂ ਉਹਨੂੰ ਬਥੇਰਾ ਸਮਝਾ ਦਿਓ ਵੀ ਭਾਈ ਆ ਮੈਂ ਤੈਨੂੰ ਗੱਲ ਦੱਸੀ ਹੈ, ਤੇ ਆਪਣਾ ਭਰਾਵਾਂ ਵਾਲਾ ਪਿਆਰ ਹੈ, ਵੇਖੀ ਕਿਤੇ ਗੱਲ ਗਾਹ ਨਾ ਕਰੇ, ਉਹ ਤੁਹਾਡੇ ਕੋਲ ਝਾਟੀ ਸਹੁੰ ਖਾਵੇਗਾ। ਮੈਨੂੰ ਸਹੁੰ ਲੱਗੇ ਇਹ ਗੱਲ ਮੈਂ ਕਰਦਾ ਨਹੀਂ, ਪਰ ਅਗਲੇ ਘੰਟੇ ਪਤਾ ਲੱਗ ਜਾਂਦਾ ਵੀ ਸਾਰੇ ਪਿੰਡ ਨੂੰ ਹੀ ਉਹ ਗੱਲ ਪਤਾ ਲੱਗ ਗਈ ਹੈ। ਕਿਉਂ ਪਤਾ ਲੱਗ ਗਈ ਹੈ? ਕਹਿਣ ਲੱਗੇ ਚੁਗਲੀ ਵਾਲੇ ਸੁਭਾਅ ਵਾਲਾ ਜਿਹੜਾ ਬੰਦਾ ਹੈ, ਉਹਦਾ ਪਿਆਰ ਹੀ ਚੁਗਲੀ ਨਾਲ ਹੁੰਦਾ। ਉਹ ਭਾਵੇਂ ਜਿੰਨਾ ਮਰਜ਼ੀ ਤੁਸੀਂ ਰੋਕ ਲਓ, ਛੱਡ ਹੀ ਨਹੀਂ ਸਕਦਾ ਇਸ ਗੱਲ ਨੂੰ। ਜਿੰਨਾ ਚਿਰ ਉਹ ਸਾਰੇ ਪਿੰਡ 'ਚ ਢੰਡੋਰਾ ਨਾ ਪਿੱਟ ਕੇ ਆ ਜਾਵੇ, ਉਹਨਾਂ ਚਿਰ ਚੈਨ ਨਹੀਂ ਆਉਂਦਾ। ਆਪਣਾ ਆਪ ਕਬਹੂ ਨਾ ਛੋੜ। ਮਨਮੁਖ ਬੰਦੇ ਕਦੇ ਆਪਣਾ ਸੁਭਾਅ ਨਹੀਂ ਛੱਡਦੇ।
ਪਿਸਨ ਪ੍ਰੀਤ ਜਿਉ ਰੇ। ਪਿਸਨ ਨਾਮ ਹੈ ਚੁਗਲ ਦਾ। ਜਿਵੇਂ ਚੁਗਲ ਬੰਦਾ ਚੁਗਲੀ ਨਾਲ ਪ੍ਰੇਮ ਕਰਦਾ ਹੈ, ਮਨਮੁਖ ਬੰਦੇ ਜਿੱਥੇ ਵੀ ਚਲੇ ਜਾਣ ਉੱਥੇ ਚੁਗਲੀ ਵਾਲਾ ਬਚਨ ਕਰਦੇ ਹਨ। ਪੰਡਤ ਸੰਗ ਵਸੇ ਜਨ ਮੂਰਖ। ਮਹਾਰਾਜ ਕਹਿਣ ਲੱਗੇ ਇੱਕ ਪਾਸੇ ਭਾਵੇਂ ਪੰਡਤ ਪੁਰਸ਼ ਹੋਵੇ ਤੇ ਦੂਜੇ ਪਾਸੇ ਸ਼ਾਸਤਰਾਂ ਦੀ ਵੱਧ ਤੋਂ ਵੱਧ ਜਾਣਕਾਰੀ ਰੱਖਣ ਵਾਲਾ ਮੂਰਖ ਪੁਰਸ਼ ਭਾਵੇਂ ਪੰਡਤ ਦੇ ਕੋਲ ਵੀ ਵਸ ਪਵੇ। ਇੱਕ ਪਾਸੇ ਮੂਰਖ ਬੈਠਾ, ਇੱਕ ਪਾਸੇ ਗ੍ਰੰਥਾਂ ਨੂੰ ਪੜ੍ਹਨ ਵਾਲਾ ਪੰਡਤ ਬੈਠਾ ਹੈ। ਆਗਮ ਸਾਧ ਸੁਨੇ। ਆਗਮ ਸਾਧ ਸੁਣੇ। ਆਗਮ ਨਾਮ ਹੈ ਗੁਰਮੁਖੋ ਸ਼ਾਸਤਰਾਂ ਦਾ, ਧਾਰਮਿਕ ਗ੍ਰੰਥਾਂ ਦਾ। ਜਿੰਨੇ ਮਰਜ਼ੀ ਧਾਰਮਿਕ ਗ੍ਰੰਥ ਇੱਕ ਪੰਡਤ ਮਨਮੁਖ ਬੰਦੇ ਨੂੰ ਪੜ੍ਹ ਕੇ ਸੁਣਾ ਦੇਵੇ ਵੀ ਫਲਾਣੇ ਗ੍ਰੰਥ ਵਿੱਚ ਇਹ ਲਿਖਿਆ, ਭਾਵੇਂ ਸੁਣ ਲੈਣਾ ਕਰੇ। ਆਪਣਾ ਆਪ ਤੂੰ ਕਬੂ ਨਾ ਛੋੜਸ। ਪਰ ਉਹ ਮਨਮੁਖ ਬੰਦਾ ਕਦੇ ਸੁਭਾਅ ਨਹੀਂ ਛੱਡਦਾ ਹੈ। ਭਾਵੇਂ ਗ੍ਰੰਥ ਉਹਨੇ ਸੁਣ ਲਏ ਨੇ, ਸਾਰੇ ਗ੍ਰੰਥਾਂ ਦਾ ਗਿਆਨ ਲੈ ਲਿਆ, ਪਰ ਸੁਭਾਅ ਨਹੀਂ ਛੱਡਦਾ ਹੈ। ਸੁਹਾਨ ਪੂਛ ਜਿਉ ਰੇ। ਮਹਾਰਾਜ ਕਿਉਂ ਨਹੀਂ ਛੱਡਦਾ? ਕਹਿੰਦੇ ਉਹਦਾ ਸੁਭਾਅ ਕੁੱਤੇ ਦੀ ਪੂਛ ਵਰਗਾ ਹੈ। ਕਿਸੇ ਸਾਧੂ ਦੇ ਨਾ ਕੁੱਤੇ ਦੀ ਪੂਛ ਡੰਡੇ ਵਿੱਚ ਪਾ ਕੇ 12 ਸਾਲ ਰੱਖ ਛੱਡੀ, ਨਾਲੀ ਵਿੱਚ ਪਾ ਕੇ। 12 ਸਾਲਾਂ ਬਾਅਦ ਜਦੋਂ ਪੂਛ ਵਿੱਚੋਂ ਡੰਡਾ ਖਿੱਚ ਕੇ ਬਾਹਰ ਕੱਢਿਆ ਤੇ ਸਾਧੂ ਦਾ ਮਨ ਇਹ ਸੀ ਵੀ ਇਹ ਪੂਛ ਸਿੱਧੀ ਹੋ ਗਈ ਹੋਵੇਗੀ, ਪਰ 12 ਸਾਲਾਂ ਬਾਅਦ ਡੰਡਾ ਬਾਹਰ ਕੱਢਿਆ, ਕੁੱਤੇ ਨੇ ਫਿਰ ਪੂਛ ਨੂੰ ਉਸੇ ਤਰ੍ਹਾਂ ਹੀ ਵੱਟ ਪਾ ਲਿਆ। ਮਹਾਰਾਜ ਕਹਿੰਦੇ ਕੁੱਤੇ ਦੀ ਪੂਛ 12 ਸਾਲ ਵੀ ਨਾਲੀ ਵਿੱਚ ਪਾਉਣ ਤੋਂ ਸਿੱਧੀ ਨਹੀਂ ਹੋਈ ਹੈ। ਐਸੇ ਤਰ੍ਹਾਂ ਕਈਆਂ ਦਾ ਸੁਭਾਅ ਕੁੱਤੇ ਦੀ ਪੂਛ ਵਰਗਾ ਹੋ ਜਾਂਦਾ ਹੈ। ਜਿੰਨਾ ਮਰਜ਼ੀ ਸਮਝਾ ਲਓ, ਪੜ੍ਹਾ ਲਓ, ਗਿਆਨ ਦੇ ਦਿਓ, ਧਾਰਮਿਕ ਗ੍ਰੰਥ ਸੁਣਾ ਦਿਓ, ਮਨਮੁਖ ਦਾ ਸੁਭਾਅ ਕੁੱਤੇ ਦੀ ਪੂਛ ਵਰਗਾ ਟੇਢਾ ਹੀ ਰਹਿਣਾ ਹਰ ਵੇਲੇ, ਕਦੇ ਵੀ ਉਹ ਸਿੱਧਾ ਨਹੀਂ ਹੁੰਦਾ ਹੈ। ਇੱਕ ਪਖੰਡੀ ਨਾਮ ਨਾ ਰਾਚੈ। ਮਹਾਰਾਜ ਕਹਿਣ ਲੱਗੇ ਕੁਝ ਪਖੰਡੀ ਉਹ ਨੇ ਜਿਹੜੇ ਨਾਮ ਸਿਮਰਨ ਦੇ ਵਿੱਚ ਕਦੇ ਤਦਾਕਾਰ ਨਹੀਂ ਹੁੰਦੇ, ਕਦੇ ਨਾਮ ਨਹੀਂ ਜਪਦੇ ਹਨ। ਇੱਕ ਹਰ ਚਰਨੀ ਰੇ। ਇੱਕ ਉਹ ਨੇ ਗੁਰਮੁਖ ਜਿਹੜੇ ਹਰ ਵੇਲੇ ਚਰਨਾਂ ਨਾਲ ਜੁੜੇ ਰਹਿੰਦੇ। ਇੱਕ ਮਨਮੁਖ ਉਹ ਨੇ ਕਦੇ ਨਾਮ ਨਹੀਂ ਸੁਣਦੇ। ਇਹ ਗੁਰਮੁਖ ਉਹ ਨੇ ਕਦੇ ਨਾਮ ਛੱਡਦੇ ਨਹੀਂ। ਇਹ ਆਪਣਾ ਆਪਣਾ ਸੁਭਾਅ ਹੈ। ਪੂਰਬ ਲਿਖਿਆ ਪਾਵਸ ਨਾਨਕ। ਗੁਰੂ ਨਾਨਕ ਦੇ ਪਾਤਸ਼ਾਹ ਕਹਿੰਦੇ ਭਾਈ ਇਹਦੇ ਪਿਛਲੇ ਕਰਮਾਂ 'ਚ ਜੋ ਲਿਖਿਆ ਲੇਖ ਹੈ ਨਾ, ਉਹਦੇ ਮੁਤਾਬਕ ਵਿਅਕਤੀ ਇਹ ਦਾਤਾਂ ਪਾਉਂਦਾ ਹੈ। ਰਸਨਾ ਨਾਮ ਜਪ ਰੇ। ਇਸ ਕਰਕੇ ਜਿਨ੍ਹਾਂ ਨੇ ਨਾਮ ਜਪਿਆ ਉਹ ਸੰਸਾਰ ਤੋਂ ਤਰ ਜਾਂਦੇ। ਇਹ ਜਿਹੜਾ ਸਾਲਸਰਾਏ ਜੌਹਰੀ ਹੈ ਨਾ, ਇਹਦਾ ਚੇਲਾ ਸੀ ਅਦਰਕੇ। ਉਹਨੂੰ ਪਹਿਲਾਂ ਸ਼ਰਧਾ ਆਈ ਮਹਾਰਾਜ ਦੇ ਉੱਪਰ, ਬਚਨ ਸੁਣ ਕੇ ਉਹਦੀ ਸਮਾਧੀ ਪਹਿਲਾਂ ਲੱਗੀ। ਮਹਾਰਾਜ ਇਹਨੂੰ ਗੱਦੀ ਦੇਣੀ ਚਾਹੁੰਦੇ ਸਨ। ਉਸ ਵੇਲੇ ਸਾਲਸਰਾਏ ਵੱਲ ਮਹਾਰਾਜ ਨੇ ਵੇਖਿਆ। ਸਤਿਗੁਰੂ ਕਹਿੰਦੇ ਵੀ ਇਹਦਾ ਸੁਭਾਅ ਵੀ ਬਦਲ ਗਿਆ, ਇਹ ਵੀ ਗੁਰਮੁਖ ਬਣ ਗਿਆ ਹੈ। ਪਰ ਸਾਲਸਰਾਏ ਦੀ ਹੁਣ ਉਮਰਾਂ ਥੋੜ੍ਹੀ ਰਹਿ ਗਈ ਹੈ ਵੀ ਇਹਨੇ ਪਹਿਲਾਂ ਸਰੀਰ ਛੱਡ ਜਾਣਾ ਹੈ। ਪਾਤਸ਼ਾਹ ਕਹਿਣ ਲੱਗੇ ਸਾਲਸਰਾਏ ਅਸੀਂ ਇੱਥੇ ਮੰਜੀ ਦੇ ਕੇ ਜਾਣੀ ਸੀ ਪ੍ਰਚਾਰ ਕਰਨ ਦੀ, ਬ੍ਰਹਮ ਗਿਆਨ ਦੀ ਮੰਜੀ ਬਖਸ਼ਿਸ਼ ਕਰਨੀ ਸੀ ਤੇਰੇ ਚੇਲੇ ਨੂੰ, ਕਿਉਂਕਿ ਇਹਨੂੰ ਦਾਤ ਪਹਿਲਾਂ ਪ੍ਰਾਪਤ ਹੋਈ ਹੈ, ਪਰ ਤੇਰੀ ਉਮਰਾਂ ਰਹਿ ਗਈ ਹੈ ਥੋੜ੍ਹੀ। ਇਸ ਕਰਕੇ ਹੁਣ ਗੱਦੀ ਪਹਿਲਾਂ ਤੈਨੂੰ ਦੇਵਾਂਗੇ, ਮੰਜੀ ਪਹਿਲਾਂ ਤੈਨੂੰ ਦੇਵਾਂਗੇ। ਤੂੰ ਜਿੰਨਾ ਕੁ ਸਮਾਂ ਤੇਰੇ ਕੋਲ ਹੈ ਇੱਥੇ ਪ੍ਰਚਾਰ ਕਰ ਨਾਮ ਦਾ, ਬਾਣੀ ਦਾ, ਸਿੱਖੀ ਦਾ। ਪਰ ਜਦੋਂ ਤੇਰਾ ਅੰਤਲਾ ਸਮਾਂ ਆਵੇ ਉਦੋਂ ਇਹ ਮੰਜੀ ਤੂੰ ਆਪਣੇ ਪੁੱਤਰਾਂ ਨੂੰ ਨਹੀਂ ਦੇਣੀ ਹੈ। ਇਹ ਮੰਜੀ ਫਿਰ ਇਸ ਆਪਣੇ ਨੌਕਰ ਨੂੰ ਜਿਹਦਾ ਨਾਮ ਅਦਰਕੇ ਹੈ ਵੀ ਇਹਨੂੰ ਮੰਜੀ ਦੇ ਕੇ ਤੂੰ ਫਿਰ ਆਪਣੀ ਥਾਂ 'ਤੇ ਇਹਨੂੰ ਸਥਾਪਿਤ ਕਰਨਾ ਹੈ। ਇਸ ਤਰ੍ਹਾਂ ਮਹਾਰਾਜ ਜੀਆਂ ਨੇ ਉਸ ਚੇਲੇ ਨੂੰ ਅਦਰਕੇ ਜਿਸ ਦਾ ਨਾਮ ਹੈ ਤੇ ਸਾਲਸਰਾਏ ਜੌਹਰੀ, ਇਹਨਾਂ ਦੋਵਾਂ ਨੂੰ ਇਹ ਸ਼ਬਦ ਬਖਸ਼ਿਸ਼ ਕਰਕੇ ਮਹਾਰਾਜ ਨੇ ਨਜ਼ਰੋ ਨਜ਼ਰੀ ਉਸ ਵੇਲੇ ਨਿਹਾਲ ਕੀਤਾ। ਮੰਜੀ ਬਖਸ਼ਿਸ਼ ਕਰਕੇ ਇਸ ਨੂੰ ਪ੍ਰਚਾਰਕ ਲਾਇਆ ਮਹਾਰਾਜ ਨੇ ਪਟਨਾ ਸਾਹਿਬ ਦੀ ਧਰਤੀ ਤੇ ਨਾਲ ਹੀ ਬਚਨ ਕੀਤਾ ਵੀ ਇਹ ਮੰਜੀ ਗਾਂ ਆਪਣੇ ਚੇਲੇ ਨੂੰ ਦੇ ਕੇ ਇਸ ਨੂੰ ਇੱਥੇ ਬਿਠਾਉਣਾ ਹੈ। ਇਸ ਤਰ੍ਹਾਂ ਮਹਾਰਾਜ ਸਾਹਿਬ ਜੀਆਂ ਨੇ ਇਹ ਬਖਸ਼ਿਸ਼ਾਂ ਕਰਕੇ ਭਾਈ ਮਰਦਾਨਾ ਜੀ ਸਾਲਸਰਾਏ ਅਤੇ ਉਸ ਦੇ ਚੇਲੇ ਅਦਰਕੇ ਨੂੰ ਮਹਾਰਾਜ ਨੇ ਨਿਹਾਲ ਕੀਤਾ। ਭੁੱਲਾਂ ਚੁੱਕਾਂ ਦੀ ਮੁਆਫੀ ਦਿਓ ਸੱਜਣ ਅਸੀਂ ਸੜੀਆਂ ਸਾਹਿਬ ਸਿਓ ਮਿਲੋ। ਇੱਕ ਪਖੰਡੀ ਨਾਮ ਨ ਰਾਚੈ, ਇੱਕ ਹਰ ਹਰ ਚਰਨੀ ਰੇ। ਪੂਰਬ ਲਿਖਿਆ ਪਾਵਸ ਨਾਨਕ, ਰਸਨਾ ਨਾਮ ਜਪ ਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ ਬੇਨਤੀ ਹੈ 16 ਤਰੀਕ ਨੂੰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਪ੍ਰਾਪਤ ਹੋ ਰਿਹਾ। ਇਸ ਕਰਕੇ ਕੱਲ੍ਹ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਪਣੇ ਮੁੱਖ ਦਰਬਾਰ ਵਿੱਚ ਪ੍ਰਾਰੰਭ ਹੋ ਜਾਣਗੇ। ਅੱਜ ਰਾਤ ਨੂੰ ਦਰਬਾਰ ਦੀ ਸਫਾਈ ਦੀ ਸੇਵਾ, ਚੰਦੋਏ ਸਾਹਿਬ, ਰੁਮਾਲੇ ਸਾਹਿਬ ਬਦਲਣ ਦੀ ਸੇਵਾ ਹੋਣੀ ਹੈ। ਜਿਨ੍ਹਾਂ ਸੰਗਤਾਂ ਕੋਲ ਸਮਾਂ ਹੋਵੇ ਬੇਨਤੀ ਹੈ ਕਿ ਸੇਵਾ ਦੇ ਵਿੱਚ ਯੋਗਦਾਨ ਪਾ ਕੇ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਗੁਰਬਾਣੀ ਦੇ ਪ੍ਰਵਾਹ ਨਿਰੰਤਰ ਲਗਾਤਾਰ
ਚੱਲਦੇ ਰਹਿਣਗੇ 14 ਤਰੀਕ ਤੋਂ 16 ਤਰੀਕ ਤੱਕ। ਆਪ ਸੰਗਤਾਂ ਵਾਸਤੇ ਲੰਗਰ ਪ੍ਰਸ਼ਾਦੇ ਵੀ ਤਿਆਰ ਹੋਣਗੇ। ਆਪ ਸੰਗਤਾਂ ਨੇ ਵੱਧ ਤੋਂ ਵੱਧ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨੀ। 17 ਤਰੀਕ ਨੂੰ ਸੰਗਰਾਂਦ ਦਾ ਸ਼ੁਭ ਦਿਹਾੜਾ ਵੀ ਪ੍ਰਾਪਤ ਹੋ ਰਿਹਾ ਹੈ, ਸੋ ਉਸ ਦਿਨ ਵੀ ਆਪ ਸੰਗਤਾਂ ਨੇ ਹਾਜ਼ਰੀਆਂ ਭਰ ਕੇ ਸਤਿਗੁਰਾਂ ਦਾ ਜਸ ਸਰਵਣ ਕਰਕੇ ਲਾਹੇ ਪ੍ਰਾਪਤ ਕਰਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।